मेरा जन्म है 1900 कागज़ां दे विच जो लिखिया 1972 ਦਾ और 1973 ਦੇ ਵਿੱਚ ਮੇਰੇ ਮਾਤਾ ਜੀ ਨੇ ਖੁਦਕੁਸ਼ੀ ਕਰ ਲਈ। ਹੋਰ ਬਹੁਤ ਸਾਰੇ ਕੰਮ ਜਿਵੇਂ ਤੁਸੀਂ ਵੀ ਗਣਾਏ ਨੇ। 26ਵੀਂ ਜੌਬ ਮੈਂ ਇੱਥੇ ਕਰ ਰਿਹਾ। 26ਵੀਂ ਜਗ੍ਹਾ ਹਾਂ 26ਵੀਂ ਜਗ੍ਹਾ। ਮਜਬੂਰੀਆਂ ਬਹੁਤ ਵੱਡੀਆਂ ਸੀਗੀਆਂ। ਮਜਬੂਰੀਆਂ ਇਸ ਕਿਸਮ ਦੀਆਂ ਸੀਗੀਆਂ ਕਿਉਂਕਿ ਸਭ ਤੋਂ ਵੱਡੀ ਮਜਬੂਰੀ ਤਾਂ ਇਹ ਸੀ ਵੀ ਰੋਟੀ ਕਿਵੇਂ ਮਿਲੇਗੀ। ਸੋ ਉਸ ਕਰਕੇ ਦਿਹਾੜੀਆਂ ਵੀ ਕਰਨੀਆਂ ਪਈਆਂ। ਸਭ ਤੋਂ ਪਹਿਲਾਂ ਮੈਂ ਸ਼ੁਰੂ ਦੇ ਵਿੱਚ ਲਾਂਗਰੀ ਵੀ ਰਿਹਾ। ਸੋ ਉਸੇ ਦੌਰਾਨ ਫਿਰ ਸਬਜ਼ੀ ਵੇਚਣੀ ਸ਼ੁਰੂ ਕੀਤੀ ਸਵੇਰੇ ਮੰਡੀ ਦੇ ਵਿੱਚ। ਫਿਰ ਕਦੇ ਨਾਲ ਦੀ ਨਾਲ ਦੁੱਧ ਦਾ ਦੋਜੀ ਦਾ ਕੰਮ ਕੀਤਾ। ਇਸੇ ਤਰ੍ਹਾਂ ਚੰਡੀਗੜ੍ਹ ਰਹਿੰਦਿਆਂ ਰਿਕਸ਼ਾ ਵੀ ਚਲਾਇਆ ਤੇ ਆਰਕੈਸਟਰੇ ਦਾ ਕੰਮ ਕੀਤਾ। ਜਿਹੜੇ ਮੇਰੇ ਪਹਿਲੇ 25 ਸਾਲ ਨੇ ਉਹਦੇ ਵਿੱਚ ਇੱਕ ਤਾਂ ਮੈਂ ਕਦੇ ਆਪਣਾ ਕੱਪੜਾ ਨਹੀਂ ਸੀ ਸਵਾਇਆ। ਰਿਸ਼ਤੇਦਾਰਾਂ ਦੇ ਕੱਪੜੇ ਸਿੱਤੇ ਸਿਲਾਈ ਜਿਹੜੇ ਦੇ ਸਿੱਤੇ ਸਿਲਾਈ ਜਿਵੇਂ ਮੈਨੂੰ ਦੇ ਦਿੰਦੇ ਸੀ ਵੀ ਯਾਰ ਮੁੰਡਾ ਹੈਗਾ ਗਰੀਬ ਜਿਹਾ ਵਿਚਾਰਾ ਇਹਨੂੰ ਆਪਾਂ ਕੱਪੜੇ ਦੇ ਦਿਓ। ਉਹ ਸੱਚੀ ਗੱਲ ਹੈ ਇਹ। ਉਹ ਸ਼ੁਰੂਆਤ ਮੈਂ ਇਹੀ ਕਿਹਾ ਕਿ ਉਹ ਦੋਸਤ ਮੈਨੂੰ ਕਹਿ ਰਿਹਾ ਕਿ ਯਾਰ ਮੈਂ ਜੇ ਤੇਰੀ ਥਾਂ ਤੇ ਹੁੰਦਾ ਮੈਂ ਅੱਜ ਖੁਦਕੁਸ਼ੀ ਕਰ ਗਿਆ ਹੁੰਦਾ। ਮੈਂ ਚਾਹੇ ਫੇਲ ਹੋਵਾਂ ਪਾਸ ਹੋਵਾਂ, ਚਾਹੇ ਇੱਕ ਕਲਾਸ 'ਚ 10 ਵਾਰੀ ਲਾਵਾਂ, ਚਾਹੇ ਮਤਲਬ ਪਾਸ ਵੀ ਹੋ ਜਾਂ ਤਾਂ ਵੀ ਕੋਈ ਗੱਲ ਨਹੀਂ, ਪਰ ਮੈਂ ਪੜ੍ਹਾਈ ਨਹੀਂ ਛੱਡਾਂਗਾ। 2.5 ਦਰਜਨ ਦੇ ਕਿਤਾਬਾਂ ਅਨੁਵਾਦ ਵੀ ਕੀਤੀਆਂ, ਸੰਪਾਦਨਾ ਵੀ ਕੀਤੀ, ਲਿਖੀਆਂ ਵੀ ਨੇ, PhD ਕੀਤੀ। ਮੇਰੇ ਉੱਪਰ ਵੀ PhDਆਂ ਹੋਈਆਂ ਨੇ। ਜਦੋਂ ਮੈਂ 7ਵੀਂ 8ਵੀਂ ਕਿਤਾਬ ਲਿਖੀ ਤਾਂ ਉਹ ਮੇਰੀ ਕਿਤਾਬ ਮੈਂ ਰਿਲੀਜ਼ ਰਿਕਸ਼ੇ ਵਾਲਿਆਂ ਦੀ ਯੂਨੀਅਨ 'ਚ ਜਾ ਕੇ, ਚੌਂਕ 'ਚ ਜਾ ਕੇ ਉਹ ਮੈਂ ਉਹਨਾਂ ਤੋਂ ਰਿਲੀਜ਼ ਕਰਵਾਈ। ਉਹਨਾਂ ਨੂੰ ਮਾਣ ਸਤਿਕਾਰ ਦਿੱਤਾ। ਉਹ ਮੇਰੇ ਕੋਲ ਵੀਡੀਓ ਵੀ ਪਈ ਆ ਉਹਨਾਂ ਦੀ। ਮੈਨੂੰ ਲੱਗਦਾ ਕਿ ਗੁਰੂ ਨਾਨਕ ਸਾਹਿਬ ਤੋਂ ਵੱਡਾ ਕਾਮਰੇਡ ਕੌਣ ਹੋਏਗਾ। ਕਾਮਰੇਡੀ ਕੀ ਕਹਿੰਦੀ ਹੈ ਕਿ ਸਾਰੀ ਬਰਾਬਰ ਹੋਣ ਦੁਨੀਆ। ਗੁਰੂ ਨਾਨਕ ਸਾਹਿਬ ਜਾਂ ਗੁਰਬਾਣੀ ਕੀ ਕਹਿੰਦੀ ਹੈ? ਬਰਾਬਰੀ। ਕੋਈ ਜਾਤ ਨਹੀਂ, ਕੋਈ ਧਰਮ ਨਹੀਂ, ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ। ਇਹੀ ਮਾਰਕਸ ਕਹਿੰਦਾ। ਮੰਨ ਲਓ ਪੰਜਾਬ ਨੂੰ ਜੇ ਅਸੀਂ ਬਦਲਣਾ ਚਾਹੁੰਦੇ ਹਾਂ ਤਾਂ ਪੰਜਾਬ ਦੇ ਮਿੱਟੀ ਦੇ ਵਿੱਚੋਂ ਹੀਰੋ ਸਾਡਾ ਹੀਰੋ ਜਿਹੜਾ ਹੈਗਾ ਲੈਨਨ ਨਹੀਂ ਹੋ ਸਕਦਾ, ਸਾਡਾ ਗੁਰੂ ਗੋਬਿੰਦ ਸਿੰਘ ਜੀ ਨੇ। देश बहुत देख रहे थे हमें सारे। मैं अज पंजाबी यूनिवर्सिटी के विच हैं, पर अज अपने बोली किया कोई होर बातें नहीं करनी। अज मैंने लह दियाँ बातें करनिया। अजकल जिस तरह थमें देखा भी जिंदगी में संताप बहुत है, तो जना खना एक नारा बहुत जरूर लावा, अंग्रेजी का शब्द सारे याद है भी डिप्रैशन बहुत है ज़िंदगी के विच। अज मैं कहे जे बंदे के पास आया जिसने जिंदगी के विच ना इन्ने संताप के विच नूं निकलिया हो। वो अपने चपड़ासी रहा, दिहाड़ी करता रहा, सब्जी बेचता रहा, रिक्शा चलाता रहा, पर अज यूनिवर्सिटी के विच प्रोफैसर है। पंजाबी अध्ययन विभाग का आप जिस तरह मैं अपनी बोली के देख रहा भी लाणेदार हैड या मुखी नहीं, लाणेदार तो ज़्यादा चंगेड़ा निकड़ा। सो डॉक्टर भीमिंदर सिंह मेरी गैल है। अज उन्होंने यही जिहियां बातां सुनिया, पर सब तो बड़ा एक होर कमाल भी है भी वो गाउंदे भी रहे हैं जोड़े लोक गीत है, खास करके मानक उन्होंने बहुत गाया गल्लां वाले गीत। डॉक्टर साहब शुक्रिया, बहुत बहुत धन्यवाद जी। चंगियाड़े सुनने अज। बिल्कुल बिल्कुल बिल्कुल। अच्छा, जिस तरह थने पहले आप बातें कर रहे थे, गाया भी है, मानक गाया जी, तो उस तरह ही मैं कहना शुरू हो जाए कोई 4 लाइनां। बिल्कुल पिंड बन्ने आपां। बिल्कुल। ਤੁਸੀਂ ਮਾਨਕ ਸਾਹਿਬ ਦਾ ਨਾਂ ਲਿਆ ਜੀ, ਔਰ ਮਾਨਕ ਸਾਹਿਬ ਨੂੰ ਮੈਂ ਆਪਣਾ ਗਾਇਕੀ ਦੇ ਵਿੱਚ ਉਸਤਾਦ ਮੰਨਦਾ, ਔਰ ਉਹਨਾਂ ਦੀ ਇੱਕ ਰਚਨਾ ਉਹਨਾਂ ਦੇ ਕੰਠ ਦੁਆਰਾ ਗਾਈ ਗਈ ਉਹ ਮੈਂ ਤੁਹਾਡੇ ਰੂਬਰੂ ਕਰ ਰਿਹਾ। ਹੋ ਜਾਣ ਵਾਲੇ ਆਵੇ ਸਾਨੂੰ ਇੰਜ ਨਾ ਰੁਲਾ ਕੇ ਜਾਵੀਂ, ਜਾਣ ਵਾਲੇ ਆਵੇ ਸਾਨੂੰ ਇੰਜ ਨਾ ਰੁਲਾ ਕੇ ਜਾਵੀਂ, ਜਾਣ ਵਾਲੇ ਆਵੇ ਲੋਚਦੇ ਨੇ ਪਿਆਰ ਤੇਰਾ ਮਹਿੰਦੀ ਰੰਗੇ ਹੱਥ ਵੇ, ਲੋਚਦੇ ਨੇ ਪਿਆਰ ਤੇਰਾ ਮਹਿੰਦੀ ਰੰਗੇ ਹੱਥ ਵੇ,
ਦਿਲ ਦੇ ਸੰਦੂਕ ਵਿੱਚ ਰੱਖੇ ਤੇਰੇ ਖਤ ਵੇ, ਇੱਕ ਖਤ ਗੁੰਮ ਗਿਆ ਸਾਡੇ ਨਾਲ ਵਾ ਕੇ ਜਾਵੀਂ, ਜਾਣ ਵਾਲੇ ਆਵੇ ਸਾਨੂੰ ਇੰਜ ਨਾ ਰੁਲਾ ਕੇ ਜਾਵੀਂ, ਜਾਣ ਵਾਲੇ ਆਵੇ ਸਾਨੂੰ ਇੰਜ ਨਾ ਰੁਲਾ ਕੇ ਜਾਵੀਂ, ਜਾਣ ਵਾਲੇ ਆਵੇ। ਕੀ ਬਾਤ ਹੈ। ਅੱਜ ਆਪਾਂ ਦੂਰਦਰਸ਼ਨ ਵਾਲਾ ਇੱਕ ਤਰ੍ਹਾਂ ਦਾ ਟਾਈਮ ਤਾਜ਼ਾ ਕਰ ਰਹੇ ਥਾ, ਮੈਂ ਇੱਥੇ ਕੰਮ ਵੀ ਕਰਿਆ ਡੀਡੀ ਪੰਜਾਬੀ ਪਰ ਜੀ ਜੀ, ਤੇ 25 ਥਾਨੇ ਕਿਤਾਬਾਂ ਵੀ ਲਿਖਤੀਆਂ ਜੀ। ਪਰ ਆਪਾਂ ਕੋਈ ਸ਼ੁਰੂ ਤੇ ਚੰਗਿਆੜਾ ਸੁਣਿਆ ਥਾਰੀ, ਚੰਗਿਆੜਾ ਕਹਿ ਲਓ, ਸੰਤਾਪ ਕਹਿ ਲਓ ਜੀ। ਤੇ ਅੱਜ ਤਾਂ ਆਪਾਂ ਨੂੰ ਇੱਕ ਯਾਦ ਹੀ ਕਰਾਂ ਵੀ ਮਾਨਗਲ ਜਿਹੜਾ ਥਾ ਲੰਘਿਆ ਸਾਰਾ ਅਤੀਤ ਹੈ ਵੀ ਥਾਂ ਉੱਥੇ ਜੋ ਵੀ ਦੱਸੋ ਮਾੜਾ ਜਿਹਾ ਕਿਸ਼ਨਾ ਕੇ ਜਿਹੜਾ ਹੈਗਾ ਉਸਕੇ ਵਿੱਚ ਨੂੰ ਲੰਘਦੇ ਰਹੇ। ਦੇਖੋ ਮੇਰਾ ਜਨਮ ਹੈ 1900 ਕਾਗਜ਼ਾਂ ਦੇ ਵਿੱਚ ਜੋ ਲਿਖਿਆ 1972 ਦਾ, ਔਰ 1973 ਦੇ ਵਿੱਚ ਮੇਰੇ ਮਾਤਾ ਜੀ ਨੇ ਖੁਦਕੁਸ਼ੀ ਕਰ ਲਈ। ਔਰ ਖੁਦਕੁਸ਼ੀ ਦਾ ਕਾਰਨ ਇਹ ਕਹਿ ਸਕਦੇ ਹਾਂ ਕਿ ਮਾਲਵੇ ਦੇ ਵਿੱਚ ਜਿਹੜੇ ਜੇ ਆਪਾਂ ਅੱਜ ਮੈਂ ਜਦੋਂ ਪਿੱਛੇ ਮੁੜ ਕੇ ਵੇਖਦਾ ਤਾਂ ਉਸ ਵੇਲੇ ਜਿਹੜਾ ਹਰਾ ਇਨਕਲਾਬ ਆਇਆ, ਔਰ ਉਸ ਹਰੇ ਇਨਕਲਾਬ ਨੇ ਪੂਰੇ ਪੰਜਾਬ ਦੇ ਵਿੱਚ ਜੋ ਖਾਸ ਤੌਰ ਜਿਹੜੀ ਛੋਟੀ ਕਿਸਾਨੀ ਸੀ ਉਹਦੇ ਲਈ ਬਹੁਤ ਵੱਡੇ ਸੰਤਾਪ ਖੜੇ ਕੀਤੇ। ਔਰ ਮੈਂ ਕਿਉਂਕਿ ਉਹ ਛੋਟੀ ਕਿਸਾਨੀ ਨਾਲ ਜੁੜਿਆ ਹੋਇਆ, ਉਸ ਪਰਿਵਾਰ ਦੇ ਵਿੱਚ ਪੈਦਾ ਹੋਇਆ, ਮਾਲਵੇ ਦੇ ਵਿੱਚ ਪਛੜਿਆ ਹੋਇਆ ਪਿੰਡ ਲੌਂਗੋਵਾਲ ਜਿਵੇਂ ਤੁਸੀਂ ਦੱਸਿਆ, ਜ਼ਿਲ੍ਹਾ ਸੰਗਰੂਰ ਸਾਡਾ। ਔਰ ਮਾਤਾ ਜੀ ਦੀ ਡੈਥ ਤੋਂ ਬਾਅਦ ਮੇਰੇ ਫਾਦਰ ਸਾਹਿਬ ਨੇ ਦੂਸਰੀ ਮੈਰਿਜ ਕਰਵਾ ਲਈ, ਫਿਰ ਉਹਨਾਂ ਦੇ ਆਪਣੇ ਪਰਿਵਾਰ ਦੇ ਵਿੱਚ ਬੱਚੇ ਹੋਏ, ਔਰ ਮੈਂ ਫਿਰ ਆਪਣੇ ਦਾਦਾ ਜੀ ਕੋਲ ਸ਼ੁਰੂ ਦੇ ਵਿੱਚ ਰਹਿਣਾ ਸ਼ੁਰੂ ਕਰਤਾ ਪਿੰਡ ਜਾ ਕੇ। ਮੇਰੇ ਫਾਦਰ ਸਾਹਿਬ ਸੰਗਰੂਰ ਜੌਬ ਕਰਦੇ ਸੀਗੇ। ਫਿਰ ਮੇਰੀ ਦਾਦੀ ਜੀ ਦੀ ਡੈਥ ਹੋ ਗਈ ਕੰਧ ਡਿੱਗਣ ਦੇ ਕਰਕੇ, ਜਦੋਂ ਮੈਂ 9ਵੀਂ 'ਚ ਹਜੇ ਪੜ੍ਹਦਾ ਸੀਗਾ। ਉਹਨਾਂ ਦੇ ਉੱਤੇ ਕੱਚੀਆਂ, ਤੁਹਾਨੂੰ ਪਤਾ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਕੱਚੀਆਂ ਕੰਧਾਂ ਹੁੰਦੀਆਂ ਸੀਗੀਆਂ, ਔਰ ਕੰਧ ਡਿੱਗ ਕੇ ਉਹਨਾਂ ਦੀ ਡੈਥ ਹੋਈ। ਅਤੇ ਉਹਨਾਂ ਤੋਂ ਬਾਅਦ ਫਿਰ ਮੈਂ ਆਪਣੇ ਨਾਨੀ ਜੀ ਕੋਲ ਮੰਗਵਾਲ ਆ ਗਿਆ। ਯਾਨੀ ਕਿ ਇਸ ਦੌਰਾਨ ਹੌਲੀ 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 10ਵੀਂ ਕੀਤੀ, ਔਰ ਉਸੇ ਦੌਰਾਨ 10ਵੀਂ ਕਰਦਿਆਂ ਕਰਦਿਆਂ ਮੈਨੂੰ ਕਿਸੇ ਨੇ ਕਿਹਾ ਕਿ ਤੁਸੀਂ ਸਪੋਰਟਸ ਕਰਨੀ ਸ਼ੁਰੂ ਕਰੋ, ਖੇਡਾਂ 'ਚ ਭਾਗ ਲਓ, ਤਾਂ ਕਿ ਤੁਹਾਡੀ ਪੜ੍ਹਾਈ ਦਾ ਵੀ ਹੱਲ ਹੋ ਜਾਏ, ਔਰ ਤੁਹਾਡੀ ਜਿਹੜਾ ਰੋਟੀ ਪਾਣੀ ਆ ਤੁਹਾਨੂੰ ਮਿਲ ਜਾਇਆ ਕਰੇਗਾ। ਵਿੰਗ ਹੁੰਦੇ ਸੀਗੇ ਰਾਜ ਹਾਈ ਸਕੂਲ ਸੰਗਰੂਰ, ਉੱਥੇ ਮੈਂ ਵਿੰਗ 'ਚ ਭਰਤੀ ਹੋ ਗਿਆ 8ਵੀਂ 'ਚ। ਫਿਰ ਸਪੋਰਟਸ ਕਰਦਿਆਂ ਕਰਦਿਆਂ ਮੇਰੀ ਐਡਮਿਸ਼ਨ 10ਵੀਂ ਤੋਂ ਬਾਅਦ ਮੈਂ DAV ਕਾਲਜ ਚੰਡੀਗੜ੍ਹ ਚਲਾ ਗਿਆ, ਨੈਸ਼ਨਲ ਖੇਡਿਆ 7ਵੀਂ 8ਵੀਂ ਦੇ ਵਿੱਚ। ਹੈਂਡਬਾਲ ਦਾ ਮੈਂ ਕੈਪਟਨ ਰਿਹਾ ਪੰਜਾਬ ਯੂਨੀਵਰਸਿਟੀ ਦਾ। 5 ਨੈਸ਼ਨਲਾਂ 5 ਇੰਟਰਵਰਸਿਟੀਆਂ ਮੇਰੀਆਂ ਟੋਟਲ ਹੈਗੀਆਂ ਨੇ। ਔਰ ਇਸੇ ਦੌਰਾਨ ਹੋਰ ਬਹੁਤ ਸਾਰੇ ਕੰਮ ਜਿਵੇਂ ਤੁਸੀਂ ਵੀ ਗਿਣਾਏ ਨੇ। 26ਵੀਂ ਜੌਬ ਮੈਂ ਇੱਥੇ ਕਰ ਰਿਹਾ। 26ਵੀਂ ਜਗ੍ਹਾ? ਹਾਂ 26ਵੀਂ ਜਗ੍ਹਾ 'ਤੇ ਬੈਠਾ। ਮੈਂ ਸਕੂਲ ਮਾਸਟਰੀ ਵੀ ਕੀਤੀ, ਕਾਲਜ ਪ੍ਰੋਫੈਸਰ ਰਿਹਾ, ਔਰ ਹੋਰ ਜਿਵੇਂ ਤੁਸੀਂ ਦੱਸਿਆ ਸਿੰਗਿੰਗ ਦੇ ਵਿੱਚ। ਇਹ ਸਾਰੀਆਂ ਚੀਜ਼ਾਂ ਇਸ ਲਈ ਕਰਨੀਆਂ ਪੈ ਗਈਆਂ। ਕੋਈ ਮੇਰੀ ਕੋਈ ਇਹ ਨਹੀਂ ਸੀ ਕਿ ਮੈਨੂੰ ਕੋਈ ਸ਼ੌਕ ਸੀ, ਕੁਝ ਸ਼ੌਕ ਵੀ ਸੀਗੇ, ਪਰ ਮਜਬੂਰੀਆਂ ਬਹੁਤ ਵੱਡੀਆਂ ਸੀਗੀਆਂ। ਮਜਬੂਰੀਆਂ ਇਸ ਕਿਸਮ ਦੀਆਂ ਸੀਗੀਆਂ ਕਿਉਂਕਿ ਸਭ ਤੋਂ ਵੱਡੀ ਮਜਬੂਰੀ ਤਾਂ ਇਹ ਸੀ ਵੀ ਰੋਟੀ ਕਿਵੇਂ ਮਿਲੇਗੀ, ਕਿਉਂਕਿ ਪੇਟ ਜਿਹੜਾ ਹੈਗਾ ਬੰਦੇ ਦਾ ਉਹ ਸਭ ਤੋਂ ਇੰਪੋਰਟੈਂਟ ਹੈ। ਔਰ ਜਿੰਨੀ ਦੇਰ ਤੁਹਾਨੂੰ ਪੇਟ ਦੀ ਭੁੱਖ ਤੁਹਾਡੀ ਨਹੀਂ ਮਿਟਦੀ, ਉਨੀ ਦੇਰ ਤੁਸੀਂ ਇਹ ਸਵਾਲ ਹੀ ਪੈਦਾ ਨਹੀਂ ਹੁੰਦਾ ਪੜ੍ਹਾਈ ਲਿਖਾਈ ਤਾਂ। ਸੋ ਉਸ ਕਰਕੇ ਦਿਹਾੜੀਆਂ ਵੀ ਕਰਨੀਆਂ ਪਈਆਂ। ਸਭ ਤੋਂ ਪਹਿਲਾਂ ਮੈਂ ਸ਼ੁਰੂ ਦੇ ਵਿੱਚ ਲਾਂਗਰੀ ਵੀ ਰਿਹਾ। ਲਾਂਗਰੀ ਕਿੱਥੇ ਰਿਹਾ? ਹਾਂ ਲਾਂਗਰੀ ਮੈਂ ਪਾਤੜਾਂ, ਜਿਹੜਾ ਹੋਮਗਾਰਡ ਉਦੋਂ ਬੜਾ ਉਹਨਾਂ ਦਾ ਜਦੋਂ ਅੱਤਵਾਦ ਦਾ ਦੌਰ ਸੀਗਾ, ਔਰ ਹੋਮਗਾਰਡ ਦੇ ਵਿੱਚ ਮੇਰੀ ਭਰਤੀ ਹੋ ਗਈ ਐਜ਼ ਏ ਲਾਂਗਰੀ ਪਾਤੜਾਂ ਦੇ। ਔਰ ਖਨੌਰੀ ਦਾ ਜਿਹੜਾ ਜਿੱਥੇ ਭਾਖੜਾ ਨਹਿਰ ਦੇ ਉੱਤੇ ਚੌਂਕੀ ਬਣੀ ਹੋਈ ਸੀਗੀ, ਹਾਂ ਪੁਲ 'ਤੇ ਚੌਂਕੀਆਂ ਬੈਠਦੀਆਂ ਸੀਗੀਆਂ, ਉੱਥੇ ਫਿਰ ਮੈਨੂੰ ਲਗਭਗ 10-12 ਅਸੀਂ ਲੋਕ ਹੁੰਦੇ ਸੀਗੇ। ਉਹਨਾਂ ਦੀ ਫਿਰ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਲਾਂਗਰੀ ਦੀ ਡਿਊਟੀ ਮੇਰੀ ਹੁੰਦੀ ਸੀ। ਉੱਥੇ ਰਹੇ, ਔਰ ਉਸ ਤੋਂ ਬਾਅਦ ਫਿਰ ਰਿਜ਼ਲਟ ਆ ਗਿਆ ਸਾਡਾ 10ਵੀਂ ਦਾ। ਫਿਰ ਮੈਨੂੰ ਉਹ ਛੱਡਣੀ ਪੈ ਗਈ। ਫਿਰ ਮੈਂ 11ਵੀਂ ਦੇ ਵਿੱਚ ਦੁਬਾਰਾ ਸਕੂਲ ਦੇ ਵਿੱਚ ਆ ਗਿਆ। ਸੋ ਉਸੇ ਦੌਰਾਨ ਫਿਰ ਸਬਜ਼ੀ ਵੇਚਣੀ ਸ਼ੁਰੂ ਕੀਤੀ ਸਵੇਰੇ ਮੰਡੀ ਦੇ ਵਿੱਚ। ਫਿਰ ਕਦੇ ਨਾਲ ਦੀ ਨਾਲ ਦੋਜੀ ਦਾ ਕੰਮ ਕੀਤਾ ਬਚਪਨ ਦੇ ਵਿੱਚ ਹੀ। ਸੋ ਇਸੇ ਕਰਦਿਆਂ ਕਰਦਿਆਂ +2 ਹੋ ਗਈ,
ਫਿਰ ਚੰਡੀਗੜ੍ਹ ਜਾ ਕੇ SK ਆਹਲੂਵਾਲੀਆ ਸਾਹਿਬ ਹੁੰਦੇ ਸੀ ਸਾਡੇ NZCC ਦੇ ਡਾਇਰੈਕਟਰ, ਉਹਨਾਂ ਨੂੰ ਮੈਂ ਮਿਲਿਆ ਔਰ ਬੇਨਤੀ ਕੀਤੀ ਕਿ ਮੈਨੂੰ ਕੋਈ ਛੋਟੀ ਮੋਟੀ ਨੌਕਰੀ ਦੇ ਦਿਓ। ਉੱਥੇ ਫਿਰ ਕਲਾ ਭਵਨ ਦੇ ਵਿੱਚ ਜਿਹੜਾ 16 ਸੈਕਟਰ ਹੈ, ਉੱਥੇ ਐਗਜ਼ੀਬਿਸ਼ਨਸ ਲੱਗਦੀਆਂ ਸੀਗੀਆਂ ਪੇਂਟਰਾਂ ਦੀਆਂ। ਉਹ ਕਹਿੰਦੇ ਵੀ ਇੱਥੇ ਤੁਸੀਂ ਜਿਹੜੇ ਵਿਜ਼ਟਰ ਹੋਣਗੇ ਉਹਨਾਂ ਕਿਤਾਬ ਦੇ ਉੱਤੇ ਉਹਨਾਂ ਦੇ ਤੁਸੀਂ ਰਿਮਾਰਕਸ ਲੈਣੇ ਹੈ, ਜੋ ਲਿਖਣਗੇ ਉਹਨਾਂ ਦੇ ਮੂਹਰੇ ਤੁਸੀਂ ਕਿਤਾਬ ਕਰ ਦੇਣੀ ਹੈ ਔਰ ਇਹ ਕੰਮ ਤੁਸੀਂ ਕਰਨਾ ਹੈ। ਸੋ ਉਹ ਕੰਮ ਵੀ ਨਾਲ ਨਾਲ ਕੀਤਾ। ਇਸੇ ਤਰ੍ਹਾਂ ਚੰਡੀਗੜ੍ਹ ਰਹਿੰਦਿਆਂ ਰਿਕਸ਼ਾ ਵੀ ਚਲਾਇਆ ਅਤੇ ਔਰਕੈਸਟਰੇ ਦਾ ਕੰਮ ਕੀਤਾ, ਗਾਉਣ ਦਾ। ਔਰ ਲਗਭਗ ਉਸ ਵੇਲੇ ਮੈਨੂੰ ਯਾਦ ਹੈ ਕਿ ਸਾਨੂੰ ਔਰਕੈਸਟਰੇ ਦੇ ਵਿੱਚ 100 ਰੁਪਇਆ ਇੱਕ ਵਿਆਹ ਦਾ ਜਾਂ ਇੱਕ ਜਿਹੜਾ ਪ੍ਰੋਗਰਾਮ ਦੇ ਵਿੱਚ ਗਾਉਂਦੇ ਸੀ, ਉਹ ਔਰਕੈਸਟਰ ਗਾਉਣ ਦਾ ਕੰਮ, ਜੋ ਉਸ ਵੇਲੇ ਪ੍ਰਚਲਿਤ ਗੀਤ ਹੁੰਦੇ ਸੀਗੇ, ਉਹ ਔਰਕੈਸਟਰ ਦਾ ਬਹੁਤ ਚੱਲਦਾ ਸੀਗਾ, ਉਹ ਸ਼ੁਰੂ ਕੀਤਾ। ਔਰ ਉਸੇ ਦੌਰਾਨ ਫਿਰ ਕੰਪੀਟੀਸ਼ਨ ਵੀ ਲੜੇ ਐਜ਼ ਏ, ਆਪਾਂ ਕਹਿ ਸਕਦੇ ਹਾਂ ਕਿ ਇੰਟਰ ਕਾਲਜ ਜਿਹੜੇ ਹੁੰਦੇ ਆ, ਇੰਟਰਵਰਸਿਟੀਆਂ ਜਿਹੜੇ ਯੂਥ ਫੈਸਟੀਵਲ ਹੁੰਦੇ ਆ, ਉਹਨਾਂ 'ਚ ਭੰਗੜੇ ਨਾਲ ਵੀ ਗਾਇਆ। DAV ਕਾਲਜ ਦਾ ਜਿਹੜਾ ਭੰਗੜਾ ਸੀਗਾ, ਭੰਗੜੇ ਦੀ ਟੀਮ ਸੀ, ਉਹਦੇ ਨਾਲ ਮੈਂ ਐਜ਼ ਏ ਸਿੰਗਰ ਦੇ ਤੌਰ 'ਤੇ ਜਾਇਆ ਜਾਂਦਾ ਸੀ। ਰਿਕਸ਼ਾ ਕਿੰਨੀ ਦੇਰ ਚਲਾਇਆ ਫਿਰ? ਰਿਕਸ਼ਾ ਜਿੰਨੀ ਕੁ ਦੇਰ ਮੈਂ ਸ਼ੁਰੂ ਦੇ ਵਿੱਚ ਰਿਹਾ BA ਤੱਕ, ਉਦੋਂ ਮੈਂ ਕਿੰਨੇ ਸਾਲ ਚਲਾਉਂਦੇ ਰਹੇ? 3 ਸਾਲ ਦੇ ਕਰੀਬ। ਸਵਾਰੀਆਂ ਖਿੱਚਦੇ ਰਹੇ? ਸਵਾਰੀਆਂ 5 ਰੁਪਏ ਦਾ ਕਿਰਾਇਆ ਹੁੰਦਾ ਸੀ ਉਦੋਂ, 5 ਰੁਪਏ ਕਿੱਥੇ ਤੋਂ ਕਿੱਥੇ ਇੱਕ ਦਿਹਾੜੀ। ਜਿਵੇਂ ਵੱਖ-ਵੱਖ ਸੈਕਟਰਾਂ ਦੇ ਵਿੱਚ ਮੰਨ ਲਓ ਰਾਤ ਨੂੰ ਅਸੀਂ ਉੱਥੇ ਬੱਸ ਅੱਡੇ ਦੇ ਨੇੜੇ ਜਿੱਥੇ ਕੋਈ ਬੱਸਾਂ, ਹਾਂ ਉੱਥੇ ਜਿੱਥੇ ਵੀ ਸਵਾਰੀ ਕਹਿੰਦੀ ਸੀ ਉੱਥੇ ਛੱਡ ਆਈਦਾ ਸੀ ਉਹਨੂੰ। ਕਿੰਨੀ ਕੁ ਦਿਹਾੜੀ ਰੋਜ਼ ਬਣ ਜੇ ਕਰੇ ਤੀ? ਉੱਥੇ ਸਾਨੂੰ ਦੇਖੋ 5 ਰੁਪਏ ਤਾਂ ਸਾਨੂੰ ਕਿਰਾਇਆ ਦੇਣਾ ਪੈਂਦਾ ਸੀਗਾ, ਪਰ ਸਾਨੂੰ 50-60 ਰੁਪਏ, ਹਾਂ ਉਹਦਾ ਜਿਹੜਾ ਜਿੱਥੋਂ ਅਸੀਂ ਮਾਲਕ ਤੋਂ ਲੈਂਦੇ ਸੀਗੇ 5 ਰੁਪਏ ਉਹਨੂੰ ਦੇਣੇ ਪੈਂਦੇ ਸੀ ਇੱਕ ਦਿਨ ਦੇ, ਅਤੇ ਬਾਕੀ 50-55 ਜਿੰਨੇ ਬਣਦੇ ਸੀਗੇ ਮਤਲਬ ਉਦੋਂ ਜੇਬ 'ਚ ਪਾ ਕੇ ਆ ਜਾਂਦੇ ਸੀ। ਅੱਛਾ, ਤਾਂ ਮੈਂ ਸਕੂਲ ਮੈਂ ਦੱਸ ਰਹੀ ਸੀ ਪਹਿਲਾਂ ਮੈਨੂੰ ਵੀ ਸਕੂਲ ਸਕੂਲ ਬਹੁਤ ਬਦਲਦੇ ਰਹਿੰਦੇ। ਸਕੂਲ ਇਸ ਲਈ ਬਦਲਣੇ ਪਏ ਕਿਉਂਕਿ ਕੋਈ ਦੇਖੋ ਪੇਰੈਂਟਸ ਜਦੋਂ ਨਹੀਂ ਹੁੰਦੇ, ਤੁਹਾਡੇ ਮਾਂ-ਬਾਪ ਨਹੀਂ ਹੁੰਦੇ, ਤੁਸੀਂ ਇਕੱਲੇ ਰਹਿ ਜਾਂਦੇ ਇਸ ਧਰਤੀ ਦੇ ਉੱਤੇ। ਫਿਰ ਜਿਹੜਾ ਵੀ ਤੁਹਾਨੂੰ ਮੰਨ ਲਓ ਕੋਈ ਰਿਸ਼ਤੇਦਾਰ ਆਇਆ, ਮਾਮਾ ਜੀ ਨੇ ਮੇਰੇ ਨੇ ਕਿਹਾ ਕਿ ਤੈਨੂੰ ਮੈਂ ਆਪਣੇ ਕੋਲ ਲੈ ਕੇ ਜਾਣਾ ਔਰ ਤੈਨੂੰ ਉੱਥੇ ਹੀ ਭਰਤੀ ਕਰਾ ਦਾਂਗੇ ਸਕੂਲ 'ਚ, ਉਹਨਾਂ ਨੇ ਉੱਥੇ ਕਰਾਤਾ। ਫਿਰ ਅੱਗੇ ਫਿਰ ਦਾਦਾ ਜੀ, ਇੱਕ ਵਾਰੀ ਇਹ ਹੋਇਆ ਕਿ ਜਦੋਂ ਮੈਂ ਸ਼ੁਰੂ ਦੇ ਵਿੱਚ ਸਕੂਲ ਦੇ ਵਿੱਚ ਪੜ੍ਹਦਾ ਸੀ, ਛੋਟਾ ਸੀ, ਤੀਜੀ ਦੇ ਵਿੱਚ, ਤਾਂ ਤੀਜੀ ਦੇ ਵਿੱਚ ਫੇਲ ਹੋ ਗਿਆ ਕਿਉਂਕਿ ਮੈਨੂੰ ਕੋਈ ਪੜ੍ਹਾਉਣ ਵਾਲਾ ਤਾਂ ਹੈ ਨਹੀਂ ਸੀਗਾ। ਫੇਲ ਹੋਣ ਕਰਕੇ ਸਕੂਲ ਵਾਲਿਆਂ ਨੇ ਕਿਹਾ, ਪ੍ਰਿੰਸੀਪਲ ਸਾਹਿਬ ਨੇ, ਕਾਫੀ ਵੱਡਾ ਸਕੂਲ ਹੈ ਉਹ ਸੰਗਰੂਰ ਦਾ, ਜਨਰਲ ਗੁਰਨਾਮ ਸਿੰਘ ਸਕੂਲ, ਉਹਨੇ ਕਿਹਾ ਵੀ ਇਹ ਬੱਚਾ ਦੇਖੋ ਪੜ੍ਹ ਨਹੀਂ ਸਕਦਾ, ਇਹਨੂੰ ਤੁਸੀਂ ਲੈ ਜਾਓ ਮੇਰੇ ਫਾਦਰ ਸਾਹਿਬ ਨੂੰ। ਉਦੋਂ ਮੇਰੇ ਫਾਦਰ ਸਾਹਿਬ ਦੇ ਨਾਲ ਛੋਟਾ ਸੀਗਾ, ਤੀਜੀ ਦੇ ਵਿੱਚ ਰਹਿੰਦਾ ਸੀ, ਅਤੇ ਇਹ ਫੇਲ ਹੋ ਗਿਆ ਵੀ ਇਹ ਚੱਲੇਗਾ ਨਹੀਂ ਪੜ੍ਹਾਈ 'ਚ, ਵੀ ਇਹਨੂੰ ਤੁਸੀਂ ਡੰਗਰਾਂ ਦੇ ਮਗਰ ਲਾ ਲਓ। ਵੀ ਇਹਨੂੰ ਅਸੀਂ ਬਹੁਤ ਕੋਸ਼ਿਸ਼ ਕਰਕੇ ਦੇਖ ਲਈ, ਮੈਡਮਾਂ ਨੇ ਸਮਝਾ ਕੇ ਦੇਖ ਲਿਆ, ਕੁੱਟ ਕੇ ਦੇਖ ਲਿਆ, ਪਰ ਇਹਦੇ ਕੁਝ ਪੱਲੇ ਨਹੀਂ ਪੈਂਦਾ। ਸੋ ਉਹਨਾਂ ਨੇ ਜਿਹੜਾ ਹੈਗਾ ਮੈਨੂੰ ਸਕੂਲ 'ਚੋਂ ਨਾਂ ਕੱਟ ਕੇ ਭੇਜਤਾ। ਪਹਿਲਾਂ ਤਾਂ ਉੱਥੇ ਹੀ ਪਹਿਲਾ ਜਿਹੜਾ ਸਕੂਲ ਮੈਂ ਬਦਲਣਾ ਪੈ ਗਿਆ ਤੀਜੀ 'ਚ ਫੇਲ ਹੋਣ ਕਰਕੇ। ਫਿਰ ਮੈਂ ਪਿੰਡ ਚਲਾ ਗਿਆ ਦਾਦੀ ਜੀ ਕੋਲ, ਔਰ ਇਤਫਾਕ ਦੇਖੋ ਕਿ ਜਿਹੜੇ ਪ੍ਰਿੰਸੀਪਲ ਸਾਹਿਬ ਨੇ ਮੇਰਾ ਨਾਂ ਕੱਟਿਆ ਸੀਗਾ, ਉਹ ਆਏ ਸੀਗੇ ਯਾਦਵਿੰਦਰਾ ਪਬਲਿਕ ਸਕੂਲ 'ਚੋਂ, ਪੰਜਾਬੀ ਦੇ ਟੀਚਰ ਹੁੰਦੇ ਸੀਗੇ ਇੱਥੇ ਹੀ। ਔਰ ਉਹਨਾਂ 10 ਸਾਲਾਂ ਬਾਅਦ ਹੀ ਮੈਂ ਉਹਨਾਂ ਦੀ ਜਿਹੜੀ ਪੋਸਟ 'ਤੇ ਉਹ ਛੱਡ ਕੇ ਗਏ ਸੀ, ਉੱਥੇ ਪੋਸਟ 'ਤੇ ਮੈਂ ਪੜ੍ਹਾਉਣ ਲੱਗ ਗਿਆ, ਉਸੇ ਯਾਦਵਿੰਦਰਾ ਸਕੂਲ ਦੇ ਵਿੱਚ ਹੀ, ਉਸੇ ਪੰਜਾਬੀ ਟੀਚਰ ਦੇ ਜਿਹੜੀ ਪੋਸਟ ਸੀਗੀ ਉੱਥੇ ਹੀ। ਫਿਰ ਮੈਂ ਕੁਦਰਤ ਵੱਲੋਂ ਜੋ ਹੁਕਮ ਸੀਗਾ ਉਹ ਹੋਇਆ। ਸੋ ਫਿਰ ਉਸ ਤੋਂ ਬਾਅਦ ਪਿੰਡ ਤੋਂ ਬਾਅਦ ਫਿਰ ਸ਼ਹਿਰ ਲੈ ਗਏ ਮੈਨੂੰ ਮੇਰੇ ਮਾਮਾ ਜੀ। ਫਿਰ ਸ਼ਹਿਰ ਤੋਂ ਬਾਅਦ ਫਿਰ ਮੈਂ ਜਦੋਂ ਸਪੋਰਟਸ ਕਰਨੀ ਸ਼ੁਰੂ ਕੀਤੀ, ਫਿਰ ਸਪੋਰਟਸ ਵਾਲੇ ਕਹਿੰਦੇ ਤੈਨੂੰ ਅਸੀਂ ਸਾਰਾ ਕੁਝ ਫ੍ਰੀ ਕਰ ਦਿੰਦੇ ਹਾਂ, ਕਿਉਂਕਿ ਉਹ ਜਿਹੜਾ ਵਿੰਗ ਹੁੰਦਾ, ਵਿੰਗ ਦੇ ਵਿੱਚ ਤੁਹਾਨੂੰ ਖਾਣਾ ਵੀ ਫ੍ਰੀ ਹੁੰਦਾ, ਤੁਹਾਨੂੰ ਤੁਹਾਡੀ ਪੜ੍ਹਾਈ ਲਿਖਾਈ ਦਾ ਖਰਚਾ ਵੀ ਫ੍ਰੀ ਹੁੰਦਾ। ਸੋ ਉਸ ਤੋਂ ਬਾਅਦ ਫਿਰ ਮੈਂ ਸਕੂਲ ਨੈਸ਼ਨਲ ਖੇਡੀ। ਸੋ ਇਸ ਕਰਕੇ ਇਹਨਾਂ ਚੀਜ਼ਾਂ ਕਰਕੇ ਸਕੂਲ ਜਿਹੜੇ ਨੇ 5 ਮੈਨੂੰ ਬਦਲਣੇ ਪੈ ਗਏ। ਇਹ ਚੱਲਦਾ ਰਿਹਾ। ਵੈਸੇ ਜਿਸ ਤਰ੍ਹਾਂ ਅੱਜ ਕੱਲ੍ਹ ਬੜਾ ਰੌਲਾ ਹੈ ਵੀ ਬੰਦੇ ਕਿਆ, ਨਿਆਣੇ ਕਿਆ, ਬੜੇ ਕਿਆ, ਮੈਂ ਪਹਿਲਾਂ ਬੋਲਿਆ ਡਿਪਰੈਸ਼ਨ ਜੀ, ਤੇ ਵੀ ਹਰੇਕ ਬੰਦਾ ਕਹਿੰਦਾ ਮੈਂ ਆਪਣੀ ਜ਼ਿੰਦਗੀ ਤੋਂ ਫਰਸਟਰਡ ਹੋ ਗਿਆ, ਪਤਾ ਨਹੀਂ ਕਿਆ ਹੋ ਗਿਆ ਜੀ। ਸਾਰਾ ਦਿਨ 1-2-3 ਜਿਹੜੇ ਸ਼ਬਦ ਆ ਉਹੀ ਛੱਡੀ ਜਾਂ ਉਹ। ਹਾਂ,
ਤੇ ਤੁਹਾਨੂੰ ਨਹੀਂ ਕਦੇ ਉਸ ਟਾਈਮ ਆਇਆ ਵੀ ਯਾਰ ਮੇਰੀ ਜ਼ਿੰਦਗੀ ਕੁਛ ਨਹੀਂ ਯਾਰ, ਇਹ ਕਿਆ ਹੈ, ਮੈਂ ਰੋਟੀ ਵਾਸਤੇ ਤਰਸ ਰਿਹਾ ਥਾ, ਮੈਂ ਕਹਿ ਰਹੇ ਦੱਸ ਰਹੇ ਵੀ ਰੋਟੀ ਦਾ ਚੱਕਰ ਦਾ ਵੀ ਯਾਰ ਰਾਤ ਨੂੰ ਮਿਲਣੀ ਹੈ ਕਿ ਨਹੀਂ ਹੁੰਦੀ? ਜੀ ਜੀ ਜੀ, ਕਦੇ ਆਇਆ ਨਹੀਂ ਇਹ ਖਿਆਲ ਕਦੇ ਮਾੜੇ? ਇੱਕ ਹੈ ਵੀ ਜਿੱਥੋਂ ਤੱਕ ਰੋਟੀ ਦਾ ਸੰਬੰਧ ਹੈ, ਜਿਹੜੇ ਮੇਰੇ ਪਹਿਲੇ ਜਿਹੜੇ 25 ਸਾਲ ਨੇ ਉਹਦੇ ਵਿੱਚ ਇੱਕ ਤਾਂ ਮੈਂ ਕਦੇ ਆਪਣਾ ਕੱਪੜਾ ਨਹੀਂ ਸੀ ਸਵਾਇਆ। ਅੱਛਾ, ਆਪਣੇ 25 ਸਾਲ ਸਵਾਇਆ? 25 ਸਾਲ ਮੈਨੂੰ ਨਹੀਂ ਪਤਾ ਲੱਗਿਆ ਵੀ ਮੈਂ ਆਪਣੇ ਦੋਸਤਾਂ ਤੋਂ, ਆਪਣੇ ਜਿਹੜੇ ਕੋਚ ਸਾਹਿਬਾਨ ਨੇ ਦੇ ਕਰਦਾ, ਮਨਜੀਤ ਸਿੰਘ ਜੀ ਬਾਲੀਆਂ, ਉਹ ਮੇਰੇ ਕੋਚ ਰਹੇ ਨੇ, ਉਹਨਾਂ ਦੇ ਕੱਪੜੇ ਪਾਉਂਦਾ ਰਿਹਾ, ਰਿਸ਼ਤੇਦਾਰਾਂ ਦੇ ਕੱਪੜੇ ਸਿੱਤੇ ਸਿਲਾਈ ਜਿਹੜੇ ਦੇ ਸਿੱਤੇ ਸਿਲਾਈ ਜਿਵੇਂ ਮੈਨੂੰ ਦੇ ਦਿੰਦੇ ਸੀ, ਯਾਰ ਮੁੰਡਾ ਹੈਗਾ ਗਰੀਬ ਜਿਹਾ ਵਿਚਾਰਾ, ਇਹਨੂੰ ਆਪਾਂ ਕੱਪੜੇ ਦੇ ਦਿਓ। ਉਹ ਕੱਪੜੇ ਪਾ ਕੇ ਫਿਰ ਮੈਂ ਆਪਣਾ ਸਕੂਲ ਜਾਇਆ ਕਰਦਾ ਸੀਗਾ ਜਾਂ ਆਪਣੇ ਕੰਮ ਕਰ ਲਿਆ ਕਰਦਾ। 25 ਸਾਲ ਕੋਈ ਕੱਪੜਾ ਨਹੀਂ? ਕੋਈ। ਮੈਂ ਦਰਜੀ ਨੂੰ ਜਿਵੇਂ ਆਪਾਂ ਕਹਿੰਦੇ ਵੀ ਮੇਚ ਲੈਣਾ, ਮੇਚਾ, ਪਤਾ ਨਹੀਂ ਮੇਚ, ਮੈਨੂੰ ਪਤਾ ਨਹੀਂ ਵੀ ਮੇਚ ਕਿਵੇਂ ਦਈਦਾ ਦਰਜੀ ਨੂੰ। ਉਸ ਤੋਂ ਬਾਅਦ ਜਦੋਂ ਮੇਰੀ ਪਹਿਲੀ ਜਦੋਂ ਮੈਂ ਯਾਦਵਿੰਦਰਾ ਪਬਲਿਕ ਸਕੂਲ 'ਚ ਪੜ੍ਹਾਉਣ ਲੱਗਿਆ, ਉਸ ਤੋਂ ਬਾਅਦ ਮੈਂ ਪਹਿਲਾ ਜਿਹੜਾ ਹੈਗਾ ਆਪਣਾ ਸੂਟ ਸਿਲਾਇਆ, ਕੋਟ ਪੈਂਟ, ਕਿਉਂਕਿ ਉੱਥੇ ਕੰਪਲਸਰੀ ਸੀਗਾ। ਉਹ ਪਹਿਲਾ ਮੇਰਾ ਜਿਹੜਾ ਸੀਗਾ ਪਹਿਲਾ ਕੱਪੜੇ ਸੀਗੇ ਜਿਹੜੇ ਮੈਂ ਆਪ ਸਿਲਾਈ ਕਰਾ ਕੇ, ਸਟਿਚਿੰਗ ਕਰਾ ਕੇ ਪਾਏ ਸੀਗੇ। ਸੋ ਜਿੱਥੋਂ ਤੱਕ ਰੋਟੀ ਦਾ ਸੰਬੰਧ ਹੈ, ਰੋਟੀ ਇਹ ਲੱਗਦਾ ਹੁੰਦਾ ਵੀ ਯਾਰ ਹੁਣ ਰੋਟੀ ਇੱਕ ਵਾਰੀ ਖਾ ਲਈ, ਅਗਲੇ ਵਾਰੀ ਪਤਾ ਨਹੀਂ ਕਿਵੇਂ ਮਿਲੇਗੀ, ਉਹਦਾ ਅਰੇਂਜਮੈਂਟ। ਯਾਨੀ ਕਿ ਕਹਿਣ ਦਾ ਮਤਲਬ ਜਿਹੜੀ ਤੁਸੀਂ ਡਿਪਰੈਸ਼ਨ ਦੀ ਗੱਲ ਕਰਦੇ ਹੋ, ਨਾ ਮੈਨੂੰ ਡਿਪਰੈਸ਼ਨ ਬਾਰੇ ਕੋਈ ਪਤਾ ਲੱਗਦਾ ਵੀ ਹੈ ਕੀ, ਸ਼ਾਇਦ ਦਾ ਨਾਂ ਹੈ, ਨਾ ਮੈਨੂੰ ਕੋਈ ਗਰਮੀ ਦਾ ਸੀਗਾ ਵੀ ਹੁਣ ਲੋਕ ਕਹਿੰਦੇ ਯਾਰ ਗਰਮੀ ਬੜੀ ਹੋ ਗਈ। ਅੱਛਾ, ਗਰਮੀ ਵਾਲਾ ਨਾ ਮੈਨੂੰ ਕਦੇ ਇਹ ਲੱਗਿਆ ਵੀ ਯਾਰ 25 ਸਾਲ ਵੀ ਯਾਰ ਗਰਮੀ ਕੀ ਹੁੰਦੀ ਹੈ। ਅੱਛਾ, ਪਰ ਸਰਦੀ ਕੀ ਹੁੰਦੀ ਹੈ ਯਾਰ, ਵੀ ਲੋਕ ਕਹਿੰਦੇ ਯਾਰ ਬੜੀ ਸਰਦੀ ਹੈ। ਮੈਂ ਕਿਹਾ ਯਾਰ ਇਹ ਮੈਨੂੰ ਤਾਂ ਨਾ ਕਦੇ ਸਰਦੀ ਦਾ ਲੱਗਿਆ ਵੀ ਅੱਜ ਸਰਦੀ ਹੈ, ਅੱਜ ਬਹੁਤ ਗਰਮੀ ਹੈ। ਜਿੱਦਾਂ ਦਾ ਮਾਹੌਲ ਸੀਗਾ ਉਹਦੇ ਵਿੱਚ ਹੀ ਕੱਟ ਲਿਆ, ਮਹਿਸੂਸ ਨਹੀਂ ਹੁੰਦਾ ਕਦੇ ਕੋਈ ਮਹਿਸੂਸ ਹੀ ਨਹੀਂ ਹੁੰਦਾ। ਸੋ ਕਿਉਂਕਿ ਦੁਖੀ ਜਦੋਂ ਤੁਹਾਡੇ ਬਚਪਨ ਦੇ ਵਿੱਚ ਤੁਸੀਂ ਆਪਣੀ ਮਾਈ ਨਾ ਦੇਖੀ ਹੋਵੇ, ਸੰਤਾਪ ਐਡਾ ਵੱਡਾ, ਜਦੋਂ ਨਾ ਤੁਹਾਡੇ ਕੋਈ ਭੈਣ, ਨਾ ਭਰਾ, ਨਾ ਤੁਹਾਡੇ ਫਾਦਰ ਸਾਹਿਬ ਤੁਹਾਡੇ ਨਾਲ ਨੇ। ਸੋ ਇਹ ਜਿਹੜੀਆਂ ਗਰਮੀਆਂ, ਸਰਦੀਆਂ, ਡਿਪਰੈਸ਼ਨ, ਇਹ ਤਾਂ ਬਹੁਤ ਛੋਟੀਆਂ ਗੱਲਾਂ ਨੇ। ਇਹ ਮੈਨੂੰ ਲੱਗਦਾ ਨਹੀਂ ਵੀ ਅੱਜ ਕੱਲ੍ਹ ਜਿਸ ਤਰ੍ਹਾਂ ਹਰੇਕ ਕੇ ਹੱਥ ਮਾ, ਨਿਆਣੇ ਕੇ ਹੱਥ ਮਾ ਵੀ 10,000 ਦਾ ਮੋਬਾਈਲ ਹੈ ਜੀ, ਗੱਡੀਆਂ, ਕਾਰਾਂ, ਕੋਠੀਆਂ ਜੀ, ਵੀ ਇਹ ਜਿਹੜੇ ਜਿੰਨੀਆਂ ਜ਼ਿਆਦਾ ਪੈਸੇ ਵੱਧ ਗਏ, ਅਮੀਰੀ ਵੱਧ ਗਈ, ਚੋਚਲੇ ਬਣਾ ਲਏ ਲੋਕਾਂ ਨੇ, ਜਣਾ ਖਣਾ ਡਿਪਰੈਸ਼ਨ। ਬਿਲਕੁਲ, ਐਕਚੁਅਲੀ ਜੜੀ ਇਹ ਇੱਥੇ ਪਈ ਹੈ। ਅਸੀਂ ਕੀ ਹੈ ਕਿ ਅਸੀਂ ਇੱਕ ਤਾਂ ਆਪਣੇ ਕੰਮ ਤੋਂ, ਕਿਰਤ ਤੋਂ ਟੁੱਟ ਗਏ। ਇਹਦੇ ਨਾਲ ਜਿਉਂ ਪੈਸਾ ਆਉਂਦਾ ਗਿਆ, ਇਹ ਸਾਨੂੰ ਇਹਨੇ ਕਿਰਤ ਤੋਂ ਤੋੜਿਆ, ਕੰਮ ਤੋਂ ਤੋੜਿਆ, ਮਿਹਨਤ ਤੋਂ ਤੋੜਿਆ, ਔਰ ਨਤੀਜਾ ਕੀ ਨਿਕਲਿਆ ਕਿ ਅਸੀਂ ਡਿਪਰੈਸ਼ਨ ਦਾ, ਜਿਵੇਂ ਤੁਸੀਂ ਕਿਹਾ, ਲੋਕ ਸ਼ਿਕਾਰ ਹੁੰਦੇ ਗਏ। ਔਰ ਡਿਪਰੈਸ਼ਨ ਦੇ ਵਿੱਚੋਂ ਫਿਰ ਬਹੁਤ ਸਾਰੀਆਂ ਹੋਰ ਬਿਮਾਰੀਆਂ ਨਿਕਲਦੀਆਂ ਨੇ, ਫਿਰ ਸਰੀਰਕ ਬਿਮਾਰੀਆਂ ਵੀ ਨਿਕਲਦੀਆਂ ਨੇ, ਮਾਨਸਿਕ ਬਿਮਾਰੀਆਂ ਵੀ ਨਿਕਲਦੀਆਂ। ਇੱਕ ਉਹ ਤੁਹਾਨੂੰ ਜ਼ਿਕਰ ਕਰ ਰਹੇ ਲੇਖ ਵੀ ਲਿਖਿਆ ਦਾ ਵੀ ਮੈਂ ਖੁਦਕਸ਼ੀ ਨਹੀਂ ਕਰਾਂਗਾ। ਮੇਰਾ ਪਹਿਲਾ ਜਦੋਂ ਮੈਂ ਇੱਕ ਵਾਰੀ ਲਿਖਿਆ ਲੇਖ, ਉਹਦਾ ਟਾਈਟਲ ਹੀ ਇਹ ਸੀਗਾ, ਪੰਜਾਬੀ ਟ੍ਰਿਬਿਊਨ ਦੇ ਵਿੱਚ ਛਪਿਆ, ਔਰ ਹਜ਼ਾਰਾਂ ਹੀ ਮੈਨੂੰ ਫੋਨ ਕਾਲਸ ਆਈਆਂ, ਔਰ ਲੋਕਾਂ ਨੇ ਮਤਲਬ ਉਹ ਜਿਹੜੇ ਖਾਸ ਤੌਰ 'ਤੇ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਉਹ ਫੋਟੋ ਸਟੇਟ ਕਰਾ ਕੇ ਅੱਜ ਵੀ ਲੋਕ ਵੰਡਦੇ ਆ ਉਹਨੂੰ। ਉਹਦਾ ਟਾਈਟਲ ਇਹੀ ਸੀਗਾ ਕਿ ਮੈਂ ਖੁਦਕੁਸ਼ੀ ਨਹੀਂ ਕਰਾਂਗਾ। ਮਾੜਾ ਜਿਹਾ ਤੱਤਸਾਰ ਦੱਸਿਓ। ਉਹਦਾ ਤੱਤਸਾਰ ਇਹੀ ਸੀਗਾ ਕਿ ਮੇਰਾ ਦੋਸਤ ਹੁੰਦਾ, ਉਹ ਸੱਚੀ ਗੱਲ ਹੈ ਇਹ। ਉਹ ਸ਼ੁਰੂਆਤ ਮੈਂ ਇਹੀ ਕਿਹਾ ਕਿ ਉਹ ਦੋਸਤ ਮੈਨੂੰ ਕਹਿ ਰਿਹਾ ਕਿ ਯਾਰ ਮੈਂ ਜੇ ਤੇਰੀ ਥਾਂ 'ਤੇ ਹੁੰਦਾ, ਮੈਂ ਅੱਜ ਖੁਦਕੁਸ਼ੀ ਕਰ ਗਿਆ ਹੁੰਦਾ। ਉਹ ਮੈਨੂੰ ਕਹਿ ਰਿਹਾ, ਪਰ ਤੂੰ ਕਿਉਂ ਨਹੀਂ ਕੀਤੀ, ਇਹ ਮੈਂ ਹੈਰਾਨ ਹਾਂ। ਸੋ ਉਹ ਸਾਰੀ ਫਿਰ ਮੈਂ ਜ਼ਿੰਦਗੀ ਦੇ ਵਿੱਚ ਕਿੱਥੋਂ ਸ਼ੁਰੂ ਕੀਤੀ, ਕਿੱਥੇ ਪਹੁੰਚਦਾ ਮੈਂ ਇੱਥੇ ਸਾਰੀ ਆਪਣੀ ਜ਼ਿੰਦਗੀ ਦੀ ਕਹਾਣੀ ਉਹ ਮੈਂ ਪੇਸ਼ ਕੀਤੀ ਹੈ। ਸੋ ਉਹਦੇ ਵਿੱਚ ਇਹੀ ਗੱਲਾਂ ਨੇ ਕਿ ਸਟਰਗਲ ਕਰਨੀ, ਜਿਹੜਾ ਸੰਘਰਸ਼ ਹੈ ਉਹ ਇੰਪੋਰਟੈਂਟ ਹੈ। ਬਾਕੀ ਜਿਹੜੀਆਂ ਨੇ ਬਹੁਤ ਛੋਟੀਆਂ ਗੱਲਾਂ ਨੇ। ਔਰ ਜੇ ਤੁਸੀਂ, ਤੁਹਾਡੇ ਮਨ ਦੇ ਵਿੱਚ ਜੇ ਤੁਸੀਂ ਠਾਣ ਲਿਆ ਕਿ ਯਾਰ ਮੈਂ ਆਹ ਕੰਮ ਕਰਨਾ ਹੀ ਕਰਨਾ ਹੈ, ਮੈਨੂੰ ਇਹ ਸੀਗਾ ਯਾਰ ਮੈਂ ਕੁਝ ਵੀ ਹੋ ਜੇ, ਮੈਂ ਪੜ੍ਹਾਈ ਨਹੀਂ ਛੱਡੂ। ਮੈਂ ਚਾਹੇ ਫੇਲ ਹੋਵਾਂ, ਪਾਸ ਹੋਵਾਂ, ਚਾਹੇ ਇੱਕ ਕਲਾਸ 'ਚ 10 ਵਾਰੀ ਲਾਵਾਂ, ਚਾਹੇ ਮਤਲਬ ਪਾਸ ਵੀ ਹੋ ਜਾਂ ਤਾਂ ਵੀ ਕੋਈ ਗੱਲ ਨਹੀਂ, ਪਰ ਮੈਂ ਪੜ੍ਹਾਈ ਨਹੀਂ ਛੱਡਾਂਗਾ। ਔਰ ਅਖੀਰ ਨੂੰ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਹੈ। ਅੱਜ ਮੇਰੇ ਉੱਪਰ ਵੀ PhDਆਂ ਹੋਈਆਂ ਨੇ, ਮੇਰੇ ਉੱਪਰ ਰਿਸਰਚ ਵੀ, ਮੇਰੇ ਕੰਮ ਦੇ ਉੱਪਰ ਜਿਹੜੀ ਆਲੋਚਨਾ ਦੀਆਂ ਕਿਤਾਬਾਂ ਤੁਸੀਂ ਜ਼ਿਕਰ ਕੀਤਾ ਹੈ, ਔਰ ਲਗਭਗ 2.5 ਦਰਜਨ ਦੇ ਕਿਤਾਬਾਂ ਅਨੁਵਾਦ ਵੀ ਕੀਤੀਆਂ, ਸੰਪਾਦਨਾ ਵੀ ਕੀਤੀ, ਲਿਖੀਆਂ ਵੀ ਨੇ। ਔਰ ਮਾਰਕਸਵਾਦ ਦੇ ਉੱਤੇ ਮੈਂ ਕੰਮ ਕੀਤਾ, PhD ਕੀਤੀ, ਡਾਕਟਰ ਕੇਸਰ ਸਿੰਘ ਕੇਸਰ ਹੋਰਾਂ ਦੇ ਗਾਈਡੈਂਸ ਦੇ ਥੱਲੇ।
ਸੋ ਕਹਿਣ ਦਾ ਮਤਲਬ ਹੈ ਜੇ ਤੁਸੀਂ ਇਹ ਠਾਣ ਲਓ ਕਿ ਮੈਂ ਜਿਹੜਾ ਹੈਗਾ ਇਹ ਕੰਮ ਕਰਕੇ ਹੀ ਹਟਾਂਗਾ ਔਰ ਆਪਣੀ ਜ਼ਿੰਦਗੀ 'ਚ ਅੱਗੇ ਵਧਾਂਗਾ ਤਾਂ ਤੁਹਾਨੂੰ ਕੋਈ ਵੀ ਤਾਕਤ ਹਰਾ ਨਹੀਂ ਸਕਦੀ। ਇਹ ਮੈਂ ਤੁਹਾਡੇ ਸਾਹਮਣੇ ਆਪ ਇੱਕ ਐਗਜ਼ਾਮਪਲ ਬੈਠਾ। ਮੈਂ ਕੋਈ ਹੰਕਾਰ ਨਹੀਂ ਕਰਦਾ, ਪਰ ਮਿਹਨਤ ਮੈਂ ਨਾ ਕਹਿਣਾ ਵੀ ਮਿਹਨਤ ਕਰੋ ਔਰ ਰਿਜ਼ਲਟ ਕੁਦਰਤ ਤੁਹਾਡਾ ਸਾਥ ਦੇਵੇਗੀ। ਕੁਦਰਤ ਨੇ ਬਹੁਤ ਸਾਥ ਦਿੱਤਾ ਮੇਰਾ। ਥਵੇਂ ਅੱਜ ਵੀ ਆਪਣੇ ਪਿੰਡ ਵਾਲਿਆਂ ਨੂੰ ਆ ਜਿਹੜੇ ਅੱਜ ਕੱਲ੍ਹ ਮਾਤੜ ਧਮਾਤੜ ਹੈ ਜਿਹੇ ਥਵੇਂ ਆਪ ਦੇ ਕਦੇ ਉਹਨਾਂ ਨੂੰ ਅੱਜ ਵੀ ਉਸ ਤਰ੍ਹਾਂ ਹੀ ਮਿਲਾਂ ਕਿ ਤੁਹਾਡੇ ਅੰਦਰ ਕੋਈ ਮੇਰੇ ਨਾਲ ਜਿਹੜੇ ਡੰਗਰ ਚਾਰਦੇ ਸੀਗੇ ਉਹਨਾਂ ਨੂੰ ਮੈਂ ਅੱਜ ਮਿਲਦਾ। ਤੁਹਾਨੂੰ ਇਹ ਤਾਂ ਨਹੀਂ ਲੱਗਦਾ ਵੀ ਮੈਂ ਕੋਈ ਬਹੁਤ ਵੱਡਾ ਬਣ ਗਿਆ? ਮੈਨੂੰ ਕਦੇ ਮਹਿਸੂਸ ਹੀ ਨਹੀਂ ਹੋਇਆ, ਨਾ ਮੈਂ ਪਹਿਲਾਂ ਮਹਿਸੂਸ ਕਰਦਾ ਸੀਗਾ ਉਦੋਂ ਕਿ ਮੈਂ ਬਹੁਤ ਛੋਟਾ, ਨਾ ਮੈਂ ਅੱਜ ਮਹਿਸੂਸ ਕਰਦਾ ਕਿ ਮੈਂ ਬਹੁਤ ਵੱਡਾ। ਜਿਵੇਂ ਮੈਂ ਅੱਜ ਤੋਂ 25-30 ਸਾਲ ਪਹਿਲਾਂ ਦਾ ਸੀਗਾ ਉਵੇਂ ਹੀ ਅੱਜ ਸੋਚਦਾ। ਅੱਜ ਵੀ ਉਨੀ ਮਿਹਨਤ ਕਰਦਾ, ਅੱਜ ਵੀ ਮੈਂ ਖੁਰਪਾ ਚਲਾਉਣਾ, ਅੱਜ ਵੀ ਮੈਂ ਕਹੀ ਚਲਾਉਣਾ, ਅੱਜ ਵੀ ਮੈਂ ਸਾਈਕਲ 'ਤੇ ਜਾਂਦਾ। ਮੈਨੂੰ ਕੋਈ ਸਾਈਕਲ ਚਲਾ ਲਿਆ ਤੁਸੀਂ? ਸਾਈਕਲ ਬਹੁਤ ਵਧੀਆ, ਮੇਰੇ ਕੋਲ 2 ਸਾਈਕਲ ਰੱਖੇ ਹੋਏ ਆ ਹੁਣ ਤਾਂ ਸਗੋਂ ਸੁੱਖ ਨਾਲ, ਔਰ ਕੋਈ ਮੈਨੂੰ ਦਿੱਕਤ ਨਹੀਂ ਆਉਂਦੀ। ਪੈਦਲ ਵੀ ਮੈਂ ਆ ਜਾਣਾ ਕਈ ਵਾਰੀ ਆਪਣੇ ਘਰ ਤੋਂ। ਸੋ ਇਹ ਛੋਟੀਆਂ ਗੱਲਾਂ ਨੇ ਸਾਨੂੰ, ਕਿਉਂਕਿ ਮੈਂ ਇਹ ਕਹਿਣਾ ਕਿ ਮੈਂ ਇੱਕ ਸਪੋਰਟਸਮੈਨ ਹੋਣ ਕਰਕੇ ਕਿ ਜਿੰਨੀ ਦੇਰ ਆਪਾਂ ਆਪਣਾ ਸਰੀਰ ਠੀਕ ਨਹੀਂ ਰੱਖਾਂਗੇ ਤੇ ਉਨੀ ਦੇਰ ਅਸੀਂ ਅੱਗੇ ਨਹੀਂ ਵੱਧ ਸਕਾਂਗੇ। ਕਿਸੇ ਵੀ ਫੀਲਡ ਦੇ ਵਿੱਚ ਕਾਮਯਾਬੀ ਦੇ ਲਈ ਤੁਹਾਡਾ ਸਰੀਰਕ ਤੌਰ 'ਤੇ, ਤੁਹਾਨੂੰ ਮਾਨਸਿਕ ਤੌਰ 'ਤੇ ਬਲਵਾਨ ਹੋਣਾ ਜ਼ਰੂਰੀ ਹੈ। ਸੋ ਉਹਦੇ ਲਈ ਆਪਣੀ ਸਰੀਰ ਦਾ ਧਿਆਨ ਰੱਖੋ, ਖਾਣਾ ਵਧੀਆ ਖਾਓ, ਐਕਸਰਸਾਈਜ਼ ਕਰੋ। ਸਪੋਰਟਸਮੈਨ ਜਿਵੇਂ ਮੈਂ ਕਿਹਾ ਕਿ ਹੁਣ ਵੀ ਮੈਂ ਸੈਰ ਵੀ ਕਰਦਾ ਔਰ ਕੋਸ਼ਿਸ਼ ਕਰੀਦੀ ਹੈ ਕਿ ਪਹਿਲਾਂ ਆਪਣੇ ਆਪ ਮਾਨਸਿਕ ਤੌਰ 'ਤੇ ਔਰ ਸਰੀਰਕ ਤੌਰ 'ਤੇ ਆਪਣੇ ਆਪ ਨੂੰ ਬੈਲੈਂਸ ਬਣਾ ਕੇ ਰੱਖਿਆ ਜਾਵੇ। ਸੋ ਉਹਦਾ ਨਤੀਜਾ ਇਹ ਹੈ ਕਿ ਅੱਜ ਮੇਰੀ ਉਮਰ, ਬੇਸ਼ੱਕ ਮੇਰਾ ਬੇਟਾ ਹੁਣ ਲਗਭਗ 25 ਸਾਲਾਂ ਦਾ ਹੈ, ਪੜ੍ਹਦਾ ਹੈ, ਔਰ ਪਰ ਉਹ ਮੇਰਾ ਛੋਟਾ ਭਰਾ ਹੀ ਲੱਗਦਾ। ਮੈਨੂੰ ਇਹ ਲੱਗਦਾ ਮੇਰਾ ਛੋਟਾ ਭਰਾ ਹੀ ਹੈ। ਸੋ ਇੱਦਾਂ ਦੀ ਜ਼ਿੰਦਗੀ। ਥਵੇਂ ਜਦ ਕਦੇ ਆਪਣੇ ਚਪੜਾਸੀ ਵੀ ਰਹੇ ਜੀ, ਉਹ ਬੰਦੇ ਕਦੇ ਮਿਲੇ ਨੂੰ? ਕਿੱਥੇ ਰਹੇ ਥਵੇਂ ਚਪੜਾਸੀ? ਮੈਂ ਜੀ ਜਿਵੇਂ ਹੁਣ ਜਿਹੜੇ ਸਰਕਾਰੀ, ਉਸ ਵੇਲੇ ਮੇਰੇ ਫਾਦਰ ਸਾਹਿਬ ਨੇ ਕਿਸੇ ਨੂੰ ਸਿਫਾਰਿਸ਼ ਕਰਤੀ, ਯਾਰ ਮੁੰਡੇ ਨੂੰ, ਮੈਂ +1 'ਚ ਪੜ੍ਹਦਾ ਸੀਗਾ, ਵੀ ਯਾਰ ਇਹਦਾ ਪੜ੍ਹਾਈ ਦਾ ਥੋੜ੍ਹਾ ਖਰਚਾ ਹੈ, ਇਹਨੂੰ ਪੀਨ ਵਗੈਰਾ ਰੱਖ ਲਓ। ਉਹ ਫਿਰ ਸਰਕਾਰੀ ਜੋਬ ਅੱਗੇ ਫਿਰ ਰੱਖ ਲਾਂਦੇ ਹੁੰਦੇ ਸੀ, ਉਦੋਂ ਜ਼ਮਾਨੇ ਭਲੇ ਸੀਗੇ। ਉਦੋਂ ਫਿਰ ਮੈਂ ਸਰਕਾਰੀ ਦਫ਼ਤਰ ਦੇ ਵਿੱਚ 6 ਮਹੀਨੇ ਚਪੜਾਸੀ ਰਿਹਾ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਂ ਸਿੱਖਿਆ ਬਹੁਤ ਹੈ, ਇਹ ਮੇਰਾ ਖਜ਼ਾਨਾ ਹੈ। ਜਿਹੜੀਆਂ ਇੱਕ ਮਿੰਟ ਜੀ, ਘਟੀਆਪਣ ਤਾਂ ਨਹੀਂ ਆਇਆ ਕਦੇ ਵੀ ਯਾਰ ਮੈਂ ਨਹੀਂ, ਮੈਨੂੰ ਇਹ ਮੇਰਾ ਖਜ਼ਾਨਾ, ਮੇਰੀ ਤਾਕਤ ਬਣਿਆ ਇਹ ਸਾਰੀਆਂ ਚੀਜ਼ਾਂ। ਅੱਜ ਮੇਰੀ ਇਹ ਤਾਕਤ ਨੇ। ਅੱਜ ਮੇਰੇ ਕੋਲ ਇੱਕ ਦਿਨ ਦੇ ਵਿੱਚ ਕਈ ਕਹਾਣੀਆਂ ਪਈਆਂ ਨੇ। ਕਿਸੇ ਵੀ ਫੀਲਡ 'ਚ ਤੁਸੀਂ ਦੇਖ ਲਓ, ਕੋਈ ਫੀਲਡ ਹੈ, ਇੱਕ ਕਹਾਣੀ ਮੇਰੇ ਕੋਲ, ਉਹਦੇ 'ਚ ਮਤਲਬ ਇੱਕ ਨਾਵਲ ਲਿਖਿਆ ਜਾ ਸਕਦਾ ਹੈ ਉਹਦੇ ਉੱਤੇ। ਸੋ ਕਹਿਣ ਦਾ ਮਤਲਬ ਇਹ ਮੇਰਾ ਖਜ਼ਾਨਾ ਹੈ, ਮੇਰੀ ਤਾਕਤ ਹੈ ਅੱਜ ਵੀ ਜਿਹੜਾ ਹੈਗਾ। ਇਸ ਲਈ ਮੈਨੂੰ ਕਦੇ ਕਿਸੇ ਨਾਲ ਮਿਲ ਕੇ ਮੈਂ ਕੋਈ ਵੱਡੇ ਤੋਂ ਵੱਡਾ ਬੰਦਾ ਮਿਲਾਂ, ਮੇਰੇ ਲਈ ਉਹ ਇਨਸਾਨ ਹੈ। ਮੇਰੇ ਲਈ ਕੋਈ ਵੀ ਜਿਹਨੂੰ ਆਪਾਂ ਕਹਿੰਦੇ ਆ ਵੀ ਯਾਰ ਇਹ ਕੋਈ ਮਜ਼ਦੂਰ ਹੈ, ਜਾਂ ਜਿਹਨੂੰ ਆਪਾਂ ਸੋ ਕਾਲਡ ਖੋਤੀ ਛੋਟਾ ਕਹਿ ਦਿੰਦੇ ਹਾਂ, ਮੇਰੇ ਲਈ ਉਹ ਬਹੁਤ ਵੱਡਾ ਇਨਸਾਨ ਹੈ। ਇੱਕ ਨਾ ਮੇਰਾ ਯਾਰ ਹੈ ਰਿਕਸ਼ਾ ਚਲਾਵਾ ਅੰਮ੍ਰਿਤਸਰ ਮਾ ਰਾਜਵੀਰ ਸਿੰਘ, ਉਹਨੇ ਕਿਤਾਬ ਵੀ ਲਿਖੀ, ਬੜੀ ਦਿਲਚਸਪ ਹੈ। ਉਹ ਕਹਾ ਯਾਰ ਵੀ ਮੈਂ ਹੈਰਾਨ ਹੈ ਵੀ ਲੋਕ ਕਿਸੇ ਕਾਰ ਵਾਲੇ ਬੰਦੇ ਨੂੰ ਤਾਂ ਕਹੇਂਗੇ ਭਾਜੀ ਬਾਈ ਜੀ 1 ਮਿੰਟ ਗੱਡੀ ਪਿੱਛੇ ਕਰੋ, ਕਹਿੰਦਾ ਸਾਨੂੰ ਕਹੇਂਗੇ ਓਏ ਰਿਕਸ਼ੇ ਵਾਲੇ। ਹਾਂ, ਥਵੇਂ ਕਿਸ ਤਰ੍ਹਾਂ ਬੁਲਾਵਾਂ? ਅੱਜ ਵੀ ਰਿਕਸ਼ੇ 'ਤੇ ਬੈਠਾ ਕਦੇ? ਤੁਸੀਂ ਰਿਕਸ਼ੇ ਪਰ ਤਾਂ ਮੈਂ ਬੈਠਦਾ ਹੀ ਬੈਠਦਾ। ਇੱਕ ਮੈਂ ਗੱਲ ਦੱਸਦਾ ਕਿ ਜਦੋਂ ਮੈਂ 7ਵੀਂ 8ਵੀਂ ਕਿਤਾਬ ਲਿਖੀ ਤਾਂ ਉਹ ਮੇਰੀ ਕਿਤਾਬ ਮੈਂ ਰਿਲੀਜ਼ ਰਿਕਸ਼ੇ ਵਾਲਿਆਂ ਦੀ ਯੂਨੀਅਨ 'ਚ ਜਾ ਕੇ, ਚੌਂਕ 'ਚ ਜਾ ਕੇ, ਉਹ ਮੈਂ ਉਹਨਾਂ ਤੋਂ ਰਿਲੀਜ਼ ਕਰਵਾਈ, ਉਹਨਾਂ ਨੂੰ ਮਾਣ ਸਤਿਕਾਰ ਦਿੱਤਾ। ਉਹ ਮੇਰੇ ਕੋਲ ਵੀਡੀਓ ਵੀ ਪਈ ਆ ਉਹਨਾਂ ਦੀ। ਸੋ ਮੈਂ ਤਾਂ ਉਹਨਾਂ ਨੂੰ, ਮੇਰੇ ਲਈ ਉਹ ਬਹੁਤ ਮੇਰੇ ਮਤਲਬ ਇੱਕ ਤਰ੍ਹਾਂ ਦੇ ਉਹ ਗੁਰੂ ਵੀ ਨੇ, ਜਿਨ੍ਹਾਂ ਤੋਂ ਮੈਂ ਸਿੱਖਿਆ, ਰਿਕਸ਼ਾ ਚਲਾਉਣਾ ਸਿੱਖਿਆ। ਇਹਦੀ ਵੀ ਟੈਕਨੀਕ ਹੁੰਦੀ ਹੈ, ਕੋਈ ਇਹ ਤਾਂ ਹੈ ਨਹੀਂ। ਮੈਂ ਦੇਖਿਆ ਇੱਕ ਪਾਸੇ ਇੱਕ ਪਾਸੇ ਜਾਂਦਾ, ਤੁਸੀਂ ਕਿਸੇ ਐਕਸੀਡੈਂਟ ਕਰਾ, ਉਹਨਾਂ ਨੇ ਮੈਨੂੰ ਸਿਖਾਇਆ ਪਹਿਲਾਂ ਕਿ ਭਾਈ ਇਹਨੂੰ ਬੈਲੈਂਸ ਕਿਵੇਂ ਕਰਨਾ ਹੈ, ਇਹਨੂੰ ਮਤਲਬ ਸਵਾਰੀ ਨੂੰ ਖਿੱਚਣਾ ਕਿਵੇਂ ਹੈ, ਤੁਹਾਡਾ ਘੱਟ ਜ਼ੋਰ ਲੱਗੇ। ਉਹ ਸਾਰਾ ਪਹਿਲਾਂ ਉਹ ਸਿਖਾਉਂਦੇ ਨੇ ਤੁਹਾਨੂੰ। ਉਹ ਤੁਹਾਡੇ ਆਪਣੇ ਦੋਸਤ ਹੀ ਹੁੰਦੇ ਨੇ ਜਿਹੜੇ ਤੁਹਾਨੂੰ ਸਿਖਾ ਦਿੰਦੇ ਨੇ, ਕਿਉਂਕਿ ਗਰੀਬ ਦਾ ਗਰੀਬ ਦੋਸਤ ਹੁੰਦਾ ਹੈ। ਸੋ ਇਸ ਕਰਕੇ ਉਹਨਾਂ 'ਚੋਂ ਬਹੁਤ ਸਾਰੇ ਮੇਰੇ ਦੋਸਤ ਵੀ ਬਣੇ। ਅੱਜ ਵੀ ਉਹਨਾਂ ਨਾਲ ਮੈਂ ਉੱਦਾਂ ਹੀ ਵਿਚਰਦਾ ਜਿਵੇਂ ਪਹਿਲਾਂ ਵਿਚਰਦਾ ਸੀਗਾ।
ਆਪਾਂ ਗੱਲਾਂ ਦੇ ਵਿੱਚੋਂ ਗੀਤ ਨਾ ਭੁੱਲੇ ਲਾਈਨਾਂ ਹੋ ਜਾਏ 2-4 ਜਿਹੜੀ ਮਾਨਕ ਸਾਹਿਬ ਦੀਆਂ। ਹਾਂ, ਮਾਨਕ ਸਾਹਿਬ ਨਾਲ ਹੁਣ ਮੈਂ ਇੱਕ ਗੀਤ ਜਿਹੜਾ ਹੈਗਾ ਅਲੱਗ-ਅਲੱਗ ਗੀਤ ਨੇ। ਮੈਂ ਗੁਰਦਾਸ ਮਾਨ ਸਾਹਿਬ ਦੇ ਵੀ ਗੀਤ ਕਾਫੀ ਗਾਏ ਨੇ, ਕਿਉਂਕਿ ਮੈਂ ਤੁਹਾਨੂੰ ਦੱਸਿਆ ਆਰਕੈਸਟਰਾ 'ਚ ਹੋਣ ਕਰਕੇ ਉੱਥੇ ਫਿਰ ਸਾਨੂੰ ਉੱਥੇ ਵੀ ਪਤਾ ਕੀ ਹੁੰਦਾ ਸੀਗਾ, ਉੱਥੇ ਰਸ਼ ਹੁੰਦਾ ਸੀਗਾ, ਦਾਰੂ ਪੀਤੀ ਹੋਣੀ ਲੋਕਾਂ ਨੇ, ਤੇ ਉਹਨਾਂ ਕਹਿੰਦਾ ਮਾਨਕ ਦਾ ਸੁਣਾ, ਕੋਈ ਕਹਿੰਦਾ ਨਹੀਂ ਜੀ ਗੁਰਦਾਸ ਮਾਨ ਦਾ ਸੁਣਾ, ਕੋਈ ਕਹਿੰਦਾ ਜੀ ਚਮਕੀਲੇ ਦਾ ਸੁਣਾ। ਸਾਨੂੰ ਯਾਦ ਹੁੰਦੇ ਤੇ। ਹਾਂ, ਫਿਰ ਯਾਦ ਕਰਨੇ ਪੈਂਦੇ, ਸਾਡੀ ਮਜਬੂਰੀ ਸੀ, ਯਾਦ ਰੱਖੋ। ਫਿਰ ਅਸੀਂ ਰੈਸਲ ਜਦੋਂ ਕਰਦੇ ਸੀਗੇ ਪੂਰਾ ਆਰਕੈਸਟਰੇ ਦੀ, ਉਹਦੇ 'ਚ ਫਿਰ ਹਰ ਤਰ੍ਹਾਂ ਦੀ ਵੈਰਾਈਟੀ ਸਾਨੂੰ ਰੱਖਣੀ ਪੈਂਦੀ ਸੀਗੀ। ਸੋ ਹੁਣ ਅਗਲੀ ਵੈਰਾਈਟੀ ਮੈਂ ਤਾਂ ਕਹਿਣਾ ਕਿ ਗੁਰਦਾਸ ਮਾਨ ਦੀ ਆਣ ਦਿਓ, ਉਹ ਤੁਹਾਡੀ ਨਜ਼ਰ ਕਰ ਰਿਹਾ। ਹੋ ਰਾਂਝਾ ਰਾਂਝਾ ਕਰਦੀ ਨੀ ਮੈਂ, ਰਾਂਝਾ ਰਾਂਝਾ ਕਰਦੀ ਨੀ ਮੈਂ, ਆਪੇ ਰਾਂਝਾ ਹੋਈ, ਸੱਦੋ ਨੀ ਮੈਨੂੰ ਧੀਦੋ ਰਾਂਝਾ, ਮੈਨੂੰ ਹੀਰ ਨਾ ਆਖੋ ਕੋਈ। ਰਾਂਝਾ ਮੈਂ ਵਿੱਚ ਤੇ ਮੈਂ ਰਾਂਝੇ ਵਿੱਚ, ਮੈਨੂੰ ਹੋਰ ਖਿਆਲ ਨਾ ਕੋਈ। ਹੋ ਵੇਖੋ ਲੋਕੋ ਹੀਰ ਸਲੇਟੀ, ਹੋ ਕਿੱਥੇ ਜਾ ਖਲੋਈ। ਨੀ ਮੈਂ ਕਮਲੀ ਯਾਰ ਦੀ ਕਮਲੀ, ਨੀ ਮੈਂ ਕਮਲੀ ਯਾਰ ਦੀ ਕਮਲੀ, ਨੀ ਮੈਂ ਕਮਲੀ ਯਾਰ ਦੀ, ਨੀ ਮੈਂ ਕਮਲੀ, ਨੀ ਮੈਂ ਕਮਲੀ, ਨੀ ਮੈਂ ਕਮਲੀ, ਨੀ ਮੈਂ ਕਮਲੀ, ਹਟ ਕਮਲੀ ਯਾਰ ਦੀ ਕਮਲੀ, ਨੀ ਮੈਂ ਕਮਲੀ ਯਾਰ ਦੀ। ਹੋ ਇਸ਼ਕ ਤੇਰੇ ਨੇ ਮੈਨੂੰ ਕਮਲੀ ਕੀਤਾ, ਇਸ਼ਕ ਤੇਰੇ ਨੇ ਮੈਨੂੰ ਕਮਲੀ ਕੀਤਾ, ਮੈਨੂੰ ਭੁੱਲ ਗਏ ਸਹੁਰੇ ਪੇਕੇ, ਮੈਨੂੰ ਭੁੱਲ ਗਏ ਸਹੁਰੇ ਪੇਕੇ। ਹੋ ਸੋਹਣਿਆ ਸੱਜਣਾ ਮੈਨੂੰ ਗਲ ਨਾਲ ਲਾ ਲੈ, ਹੋ ਮੈਨੂੰ ਉਜੜੀ ਨੂੰ ਕੋਈ ਨਾ ਵੇਖੇ। ਨੀ ਮੈਂ ਕਮਲੀ ਯਾਰ ਦੀ ਕਮਲੀ, ਨੀ ਮੈਂ ਕਮਲੀ ਯਾਰ ਦੀ ਕਮਲੀ, ਨੀ ਮੈਂ ਕਮਲੀ ਯਾਰ। ਕੀ ਬਾਤ ਹੈ। ਉਸ ਟਾਈਮ ਦਾ ਸਟੇਜ ਪਰ ਪੂਰਾ ਜਲਾਓ ਆਇਆ ਹੋਣਾ, ਪੂਰੇ ਬੱਕਰੇ ਬੋਲਦੇ ਹੋਣ। ਇਹ ਗਾਣੇ ਮੈਨੂੰ ਕਈ ਵਾਰੀ ਰਿਪੀਟ ਵੀ ਕਰਾਉਂਦੇ ਸੀਗੇ, ਯਾਰ ਫਲਾਣਾ ਫੇਰ ਲਾ, ਇਦਾਂ ਚੱਲ। ਅੱਛਾ, ਥਵੇਂ ਉਹ ਕਹਿ ਰਹੇ ਤੇ ਵੀ ਪੈਸੇ ਬਣ ਜੇ ਤੇ ਕੁਛ ਰੋਟੀ ਕੇ ਪੈਸੇ, ਕਿਉਂਕਿ ਵੱਡਾ ਕਾਰਨ ਇਹੀ ਸੀਗਾ। ਦੇਖੋ ਮੈਂ ਵੀ ਕਹਾਂ, ਮੈਨੂੰ ਕੋਈ ਸ਼ੌਕ ਚੜਿਆ ਸੀਗਾ ਉੱਥੇ ਗਾਉਣ ਦਾ, ਜਾਂ ਮੇਰੇ 'ਚ ਕੋਟ ਵਾਲਾ ਟੈਲੈਂਟ ਸੀਗਾ, ਇਹ ਕੋਈ ਇਦਾਂ ਦੀ ਕੋਈ ਗੱਲ ਨਹੀਂ। ਮੇਰੇ ਤਾਂ ਸਿਰ ਮੇਰੀ ਮਜਬੂਰੀ ਸੀ, ਮਜਬੂਰੀ ਦੇ ਵਿੱਚੋਂ ਹੀ, ਜਿਹੜਾ ਮਜਬੂਰੀ ਦਾ ਨਾਮ ਮਹਾਤਮਾ ਗਾਂਧੀ ਆਪਾਂ ਕਹਿੰਦੇ ਹਾਂ, ਉਹ ਚੀਜ਼ ਸੀ। ਹਾਂ, ਇਹ ਚੀਜ਼ ਹੈ। ਅੱਛਾ, ਥਵੇਂ ਫਿਰ ਲਿਖਣੀ ਵੱਲ ਕਹਿ ਰਹੇ ਤੇ ਸ਼ੁਰੂ 6ਵੀਂ ਤੇ ਥਵੇਂ ਲਿਖਣ ਲੱਗ ਸ਼ੁਰੂ 'ਚ ਇਹ ਹੋਇਆ ਕਿ ਪਤਾ ਨਹੀਂ ਮੇਰੇ ਹੋ ਸਕਦਾ ਕਿ ਮੇਰੇ ਨਾਨਾ ਜੀ ਜਿਵੇਂ ਕਵਿਸ਼ਰੀ ਲਿਖਦੇ ਸੀਗੇ, ਕਵਿਤਾਵਾਂ ਵਾਲੇ, ਉੱਥੋਂ ਮੇਰੇ ਕੋਈ ਖਾਨਦਾਨੀ ਕੋਈ ਆਇਆ ਹੋਵੇ। ਮੇਰੇ ਮਾਮਾ ਜੀ ਲਿਖਦੇ ਸੀਗੇ ਕਹਾਣੀਆਂ, ਗੀਤ ਵਗੈਰਾ ਲਿਖਦੇ ਸੀਗੇ, ਅਤੇ ਉਦੋਂ ਮੈਨੂੰ ਸ਼ੌਕ ਪੈ ਗਿਆ ਉਹਨਾਂ ਨੂੰ ਦੇਖ ਦੇਖ ਕੇ ਵੀ ਯਾਰ ਮਾਮਾ ਜੀ ਲਿਖਦੇ ਨੇ ਤਾਂ ਮੈਂ ਕਿਉਂ ਨਹੀਂ ਲਿਖਾਂ। ਤੁਕਬੰਦੀ ਕਰਨੀ ਮੈਂ ਸ਼ੁਰੂ ਕੀਤੀ। ਔਰ 6ਵੀਂ ਕਲਾਸ ਦੇ ਵਿੱਚ ਜਦੋਂ ਮੈਂ ਸੰਗਰੂਰ ਦੇ ਆਦਰਸ਼ ਮਾਡਲ ਸਕੂਲ ਹੈ, ਉੱਥੇ ਬਹੁਤ ਅੱਛਾ ਸਕੂਲ ਹੈ, ਅਤੇ ਹੁਣ ਵੀ ਉਹ ਮੈਨੂੰ ਪਿੱਛੇ ਜੇ ਬੁਲਾਇਆ ਵੀ ਸੀ ਉਹਨਾਂ ਨੇ, ਉਸ ਸਕੂਲ ਵਾਲਿਆਂ ਨੇ। ਉਹਦੇ ਵਿੱਚ ਫਿਰ ਮੇਰਾ ਡੈਫੋਡਿਲ ਨਾਂ ਦਾ ਇੱਕ ਮੈਗਜ਼ੀਨ ਸਕੂਲਾਂ ਦੇ ਵਿੱਚ ਛਪਦੇ ਹੁੰਦੇ ਸੀ ਅੱਗੇ, ਉਹਦੇ ਵਿੱਚ ਮੇਰੀ 6ਵੀਂ ਕਲਾਸ ਦੇ ਵਿੱਚ ਪਹਿਲੀ ਨਜ਼ਮ ਛਪੀ। ਔਰ ਉਸ ਤੋਂ ਬਾਅਦ ਫਿਰ ਗੁਰਮੇਲ ਮੜਾਹਟ ਜੀ ਹੁੰਦੇ ਸੀ ਸਾਡੇ ਬਹੁਤ ਵੱਡੇ ਕਹਾਣੀਕਾਰ, ਉਹਨਾਂ ਦਾ ਬੇਟਾ ਮੇਰੇ ਨਾਲ ਪੜ੍ਹਦਾ ਸੀ ਹਰਪ੍ਰੀਤ, ਅਤੇ ਉਹਨਾਂ ਨੇ ਮੈਨੂੰ ਕਿਹਾ ਵੀ ਯਾਰ ਤੇਰੀ ਮੈਂ ਉਹ ਫਲਾਣੇ ਮੈਗਜ਼ੀਨ 'ਚ ਪੜ੍ਹੀ ਸੀ, ਤੂੰ ਕਹਾਣੀ ਵੀ ਲਿਖ। ਕਹਾਣੀਆਂ ਦਾ ਹੁਣ ਇਹ ਸੀਗਾ ਵੀ ਮੇਰੀ ਜ਼ਿੰਦਗੀ ਨਾਲ ਸੰਬੰਧਿਤ ਮੈਂ ਆਪਣੇ ਲਿਖ ਕੇ ਲੈ ਗਿਆ ਕਹਾਣੀ। ਉਹ ਕਹਿੰਦੇ ਯਾਰ ਬੜੀ ਵਧੀਆ, ਅਤੇ ਉਹਨਾਂ ਦਾ ਮੈਗਜ਼ੀਨ ਛਪਦਾ ਹੁੰਦਾ, ਸ਼ੌਕੀਆਂ ਮੈਗਜ਼ੀਨ ਕੱਢਦੇ ਸੀਗੇ, ਉਹਦੇ 'ਚ ਉਹਨਾਂ ਨੇ ਕਹਾਣੀ ਛਾਪਤੀ ਮੇਰੀ। ਔਰ ਮੈਨੂੰ ਇੰਨਾ ਵਧੀਆ ਲੱਗਿਆ ਵੀ ਯਾਰ ਮੇਰਾ ਨਾਂ ਛਪ ਗਿਆ ਏਡੇ ਵੱਡੇ ਉਹਦੇ ਵਿੱਚ ਮੈਗਜ਼ੀਨ ਦੇ ਵਿੱਚ। ਤਾਂ ਉਸ ਤੋਂ ਬਾਅਦ ਮੈਨੂੰ ਫਿਰ ਲਗਾਤਾਰ ਕਹਾਣੀਆਂ ਵੱਲ ਮੈਂ ਪਰਤਿਆ ਔਰ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ। ਫਿਰ ਹੌਲੀ ਹੌਲੀ ਜਦੋਂ ਮੈਂ ਚੰਡੀਗੜ੍ਹ ਗਿਆ, ਡਾਕਟਰ ਕੇਸਰ ਸਿੰਘ ਕੇਸਰ ਹੋਰਾਂ ਨਾਲ ਮੇਰਾ ਵਾਹ ਪਿਆ, ਉਹਨਾਂ ਕੋਲ ਫਿਰ ਮੈਂ MA PhD ਉੱਥੋਂ ਫਿਰ ਕੀਤੀ। ਫਿਰ ਇੱਧਰ ਪੜ੍ਹਾਈ ਵੱਲ ਆ ਗਏ। ਜ਼ਿੰਦਗੀ ਵਿੱਚ ਤੁਹਾਨੂੰ ਬੜਾ ਸੰਘਰਸ਼ ਕਰਿਆ ਜੀ। ਕਦੇ ਅੱਜ ਜਿੱਥੇ ਤੁਸੀਂ ਬੈਠੇ ਹੈ ਉੱਥੇ ਪਹੁੰਚਣ ਵਾਸਤੇ ਤੁਹਾਨੂੰ ਕਦੇ ਕੋਈ 2 ਨੰਬਰ ਵਾਲਾ ਰਸਤਾ ਵੀ ਅਪਣਾਇਆ? ਦੇਖੋ ਮੈਨੂੰ ਤਾਂ 2 ਨੰਬਰ ਦਾ ਇਸ ਲਈ ਹੋਇਆ ਜਾਂ ਨਾ ਲੋੜ ਪਈ, ਕਿਉਂਕਿ ਜਦੋਂ ਮੈਂ ਇੱਥੇ ਲੱਗਿਆ ਇਸ ਯੂਨੀਵਰਸਿਟੀ ਦੇ ਵਿੱਚ, ਤਾਂ ਸਾਡੇ ਵਾਈਸ ਚਾਂਸਲਰ ਉਸ ਵੇਲੇ ਹੁੰਦੇ ਸੀਗੇ ਬੋਪਾ ਰਾਏ ਸਾਹਿਬ, ਤੁਸੀਂ ਨਾਮ ਸੁਣਿਆ ਹੋਣਾ, ਸਵਰਨ ਸਿੰਘ ਬੋਪਾ ਰਾਏ, ਬਹੁਤ ਕਮਾਲ ਦੇ ਵਾਈਸ ਚਾਂਸਲਰ ਸੀਗੇ। ਉਹਨਾਂ ਨੂੰ ਮੈਂ ਇੱਕੋ ਹੀ ਗੱਲ ਕਹੀ ਕਿ ਸਰ ਮੇਰਾ ਇਹ ਬਾਇਓਡਾਟਾ ਹੈ ਵੀ ਜੇ ਤਾਂ ਤੁਹਾਡਾ ਕੋਈ ਬੰਦਾ ਕੋਈ ਤੁਹਾਨੂੰ 19 ਤੇ 31 ਵਾਲਾ ਹੋਵੇ,
ਫਿਰ ਤੁਸੀਂ ਮੇਰਾ 31 ਹੋਵੇ, ਦੂਜੇ ਦਾ 19 ਹੋਵੇ, ਫਿਰ ਤੁਸੀਂ ਉਹਨੂੰ ਰੱਖ ਲਿਓ। ਪਰ ਜੇ 19 ਦੀ ਜਗ੍ਹਾ ਤੁਹਾਨੂੰ 51 ਵਾਲਾ ਹੈ, ਫਿਰ ਮੈਂ ਕਿਹਾ ਮੇਰੀ ਮੈਰਿਟ ਤੁਸੀਂ ਜ਼ਰੂਰ ਦੇਖ ਲਿਓ। ਮੇਰਾ ਕਹਿਣ ਦਾ ਮਤਲਬ ਹੈ ਕਿ ਮੇਰੇ ਕੋਲ ਜਿਵੇਂ ਤੁਹਾਨੂੰ ਦੱਸਿਆ ਵੀ NCC NSS ਕਿਤਾਬਾਂ ਅਤੇ ਸਪੋਰਟਸ ਦੇ ਸਰਟੀਫਿਕੇਟ, ਮੈਰਿਟ ਹੀ ਇੰਨੀ ਬਣ ਜਾਂਦੀ ਸੀ। ਜਿੱਥੇ ਵੀ ਮੈਂ ਗਿਆ ਉੱਥੇ ਅਗਲਾ ਕਹਿੰਦਾ ਯਾਰ ਆ ਮੈਰਿਟ ਦਾ ਮੈਂ ਇਹੀ ਕਹਿੰਦਾ ਸੀ ਯਾਰ ਮੇਰੀ ਮੈਰਿਟ ਦੇਖ ਲਓ ਪਲੀਜ਼। ਅੱਜ ਵੀ ਮੈਂ ਕਹਿਣਾ ਕਿ ਜਿੱਥੇ ਵੀ ਮੇਰਾ ਜਦੋਂ ਵੀ ਕੰਪੀਟੀਸ਼ਨ 'ਚ ਮੈਂ ਜਾਂਦਾ ਕਿਸੇ ਨਾਲ, ਜਦੋਂ ਵੀ ਮੈਂ ਆਪਣਾ ਬਾਇਓਡਾਟਾ ਭੇਜਦਾ, ਮੈਂ ਇਹੀ ਕਹਿਣਾ ਵੀ ਯਾਰ ਮੇਰਾ ਘੱਟੋ ਘੱਟ ਬਾਇਓਡਾਟਾ ਦੇਖ ਲਿਓ। ਉਹਦੇ ਆਧਾਰ ਦੇ ਉੱਤੇ ਜੇ ਤਾਂ ਜਿੱਥੇ ਤਾਂ ਬੰਦੇ ਹੁੰਦੇ ਨੇ ਮੈਰਿਟ ਵਾਲੇ, ਉਹ ਤਾਂ ਸਿਲੈਕਸ਼ਨ ਮੇਰੀ ਪੱਕੀ ਹੁੰਦੀ ਹੈ। ਜਿੱਥੇ ਹੁੰਦੇ ਨੇ ਤੁਹਾਨੂੰ ਪਤਾ ਹੈ ਸਿਫਾਰਸ਼ੀ, ਉੱਥੇ ਫਿਰ ਮੇਰੇ ਰਿਜੈਕਸ਼ਨ ਹੋਣੀ ਹੈ, ਉੱਥੇ ਮੈਨੂੰ ਨਹੀਂ ਸੀ ਰੱਖਦੇ। ਸੋ ਇਸ ਕਰਕੇ ਫਿਰ ਮੈਂ ਆ ਜਾਂਦਾ ਸੀਗਾ। ਫਿਰ ਮੇਰੇ ਕੋਲ ਤਾਂ ਦੂਜੇ ਦੇ ਕੰਮ ਹੋਰ ਵੀ, ਮੈਂ ਕੋਈ ਇੱਦਾਂ ਨਹੀਂ ਸੀ ਸੋਚਿਆ ਵੀ ਮੈਂ ਇਹ ਕੰਮ ਕਰਨਾ ਹੀ ਕਰਨਾ ਹੈ ਜਾਂ ਇਹ ਨਹੀਂ ਕਰਨਾ। ਜਿਹੜਾ ਕੰਮ ਮਿਲ ਗਿਆ ਉਹ ਮੈਂ ਕਰਨਾ ਹੈ ਮੌਕੇ 'ਤੇ। ਕਦੇ ਥਾਨੇ ਆਪਾਂ ਪਹਿਲਾਂ ਬਾਤ ਕਰ ਰਹੇ ਸੀ, ਬਹੁਤ ਵਧੀਆ ਪੱਗ ਬੰਨੀ ਤੀ, ਅੰਮ੍ਰਿਤ ਵੀ ਛਕ ਲਿਆ ਤਾਂ? ਹਾਂ ਦੇਖੋ ਮੇਰੀ ਮਜਬੂਰੀ ਸੀ। ਮੈਂ ਜਿਵੇਂ ਕਿਹਾ ਕਿ ਉਹਨਾਂ ਦਿਨਾਂ ਦੇ ਵਿੱਚ ਅੱਤਵਾਦ ਦਾ ਦੌਰ ਸੀ ਔਰ ਸਿੱਖੀ ਦਾ ਪ੍ਰਚਾਰ ਬਹੁਤ ਜ਼ਿਆਦਾ ਸੀਗਾ। ਕਿਵੇਂ ਅੱਤਵਾਦ ਕहेंगे, ਖਾੜਕੂਵਾਦ ਜਾਂ ਖਾੜਕੂਵਾਦ ਕਹਿ ਲਓ, ਹਾਂ ਬਿਲਕੁਲ ਖਾੜਕੂਵਾਦ ਦਾ ਦੌਰ ਸੀਗਾ ਔਰ ਹਰ ਨੌਜਵਾਨ ਲਗਭਗ ਉਸ ਵੇਲੇ ਉਸ ਸਾਰੇ ਚੀਜ਼ ਤੋਂ ਪ੍ਰਭਾਵਿਤ ਹੋ ਰਿਹਾ ਸੀਗਾ। ਮੈਂ ਵੀ ਉਸ ਤੋਂ ਪ੍ਰਭਾਵਿਤ ਹੋਇਆ ਔਰ ਆ ਦੇਖੋ ਇੱਕ ਓਂਕਾਰ ਦਾ ਦੇਖਿਆ, ਇਹ ਫਿਰ ਮਸਤੂਆਣਾ ਸਾਹਿਬ ਜਿੱਥੋਂ ਮੈਂ ਅੰਮ੍ਰਿਤ ਛਕਿਆ, ਉੱਥੋਂ ਫਿਰ ਮੈਂ ਇਹ ਛਪਵਾਇਆ ਅਤੇ ਪਾਠ ਵੀ ਕਰਦੇ ਰਹੇ। ਪਾਠ ਫਿਰ ਕਿਉਂਕਿ ਪਾਠੀ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਮੇਰੀ ਜ਼ਿੰਦਗੀ ਦਾ ਮੈਨੂੰ ਲੱਗਦਾ ਕਿ ਸਭ ਤੋਂ ਜਿਹੜਾ ਖੂਬਸੂਰਤ ਦਿਨ ਸੀਗੇ ਉਹ ਸੀਗੇ, ਕਿਉਂਕਿ ਉਦੋਂ ਮੈਂ 3 ਵਜੇ ਉੱਠਦਾ ਸੀਗਾ, ਇਸ਼ਨਾਨ ਕਰਨਾ, 5 ਬਾਣੀਆਂ ਦਾ ਪਾਠ। ਕਿੱਥੇ ਕਰਦੇ ਤੇ? ਗੁਰਦੁਆਰਾ ਸਾਹਿਬ ਦੇ ਵਿੱਚ। ਕਿਹੜੇ? ਮਸਤੂਆਣਾ ਸਾਹਿਬ? ਨਹੀਂ, ਜਿੱਥੇ ਸਾਡੇ ਲੌਂਗੋਵਾਲ ਪਿੰਡ ਹੈ ਨਾ। ਠੀਕ ਹੈ, ਉੱਥੇ ਲੌਂਗੋਵਾਲ ਸਾਡੇ ਘਰ ਦੇ ਬਿਲਕੁਲ ਨਾਲ, ਉੱਥੇ ਕੰਧ ਨਾਲ ਕੰਧ ਸਾਂਝੀ ਸੀ। ਉੱਥੇ ਫਿਰ ਅਸੀਂ ਮੇਰਾ ਮਤਲਬ ਉੱਥੇ ਜ਼ਿਆਦਾ ਟਿਕਾਣਾ ਹੁੰਦਾ ਸੀਗਾ। ਉੱਥੇ 5 ਬਾਣੀਆਂ ਦਾ ਪਾਠ ਵੀ ਸਪੀਕਰ ਦੇ ਵਿੱਚ ਕਰਨਾ ਔਰ ਬਹੁਤ ਆਨੰਦ ਆਉਂਦਾ ਸੀਗਾ, ਗੁਰਬਾਣੀ ਨਾਲ ਜੁੜਿਆ ਹੋਇਆ ਸੀ। ਪਰ ਕਿਉਂਕਿ ਫਿਰ ਮੈਨੂੰ ਪੜ੍ਹਾਈ ਲਈ ਛੱਡਣਾ ਪਿਆ, ਜਿਵੇਂ ਮੈਂ ਕਿਹਾ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਣਾ ਪਿਆ। ਉਸ ਚੱਕਰ ਦੇ ਵਿੱਚ ਇਹ ਸਾਰਾ ਜਿਹੜਾ ਹੈਗਾ ਸਪੋਰਟਸ ਕਰਕੇ, ਬਾਕੀ ਚੀਜ਼ਾਂ ਕਰਕੇ, ਉਸ ਬਾਣੇ ਤੋਂ ਮੈਂ ਫਿਰ ਮਤਲਬ ਭਟਕ ਗਿਆ ਇੱਧਰ ਉੱਧਰ। ਇਹ ਮੈਨੂੰ ਲੱਗਦਾ ਕਿ ਉਹ ਮੈਨੂੰ ਨਹੀਂ ਸੀ ਜਾਣਾ ਚਾਹੀਦਾ। ਇਹ ਇੱਕ ਮਤਲਬ ਮੈਂ ਅੱਜ ਵੀ ਮਹਿਸੂਸ ਕਰਦਾ ਕਿ ਥਾਰੇ ਅੰਦਰ ਅੱਜ ਗੁਰਬਾਣੀ ਜਿਹੜੀ ਹੈਗੀ ਰੂਪ ਗੁਰਬਾਣੀ ਕਾ ਅੱਜ ਵੀ ਗੁਰਬਾਣੀ ਮੈਂ ਜਿੰਨੇ ਵੀ ਆਪਣੇ ਲੈਕਚਰ ਵੀ ਦਿੰਦਾ ਉਹਦੇ ਵਿੱਚ ਮੈਂ ਬਹੁਤ ਸਾਰੇ ਬੰਦੇ ਦਾ ਕਹਾ ਵੀ ਡਾਕਟਰ ਭੀਮਿੰਦਰ ਤਾਂ ਕਾਮਰੇਡ ਹੈ। ਕਾਮਰੇਡ, ਪਰ ਦੇਖੋ ਮੈਂ ਇਹ ਕਹਿਣਾ ਕਿ ਕਾਮਰੇਡ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਜਿਹੜੇ ਕਿ ਸਾਡੇ ਗਲਤ ਧਾਰਨਾਵਾਂ ਫੈਲਾਈਆਂ ਗਈਆਂ ਨੇ ਕਿ ਗੁਰਬਾਣੀ ਦੇ ਵਿਰੋਧੀ। ਹਾਂ ਇਹ ਸਾਨੂੰ ਇਹ ਗਲਤ ਧਾਰਨਾਵਾਂ। ਮੈਨੂੰ ਲੱਗਦਾ ਕਿ ਗੁਰੂ ਨਾਨਕ ਸਾਹਿਬ ਤੋਂ ਵੱਡਾ ਕਾਮਰੇਡ ਕੌਣ ਹੋਏਗਾ। ਕਾਮਰੇਡ ਹੀ ਕੀ ਕਹਿੰਦੀ ਹੈ ਕਿ ਸਾਰੀ ਬਰਾਬਰ ਹੋਣ ਦੁਨੀਆ। ਗੁਰੂ ਨਾਨਕ ਸਾਹਿਬ ਜਾਂ ਗੁਰਬਾਣੀ ਕੀ ਕਹਿੰਦੀ ਹੈ? ਬਰਾਬਰੀ, ਕੋਈ ਜਾਤ ਨਹੀਂ, ਕੋਈ ਧਰਮ ਨਹੀਂ, ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ। ਇਹੀ ਮਾਰਕਸ ਕਹਿੰਦਾ। ਪਰ ਇਹ ਜਾਣ ਬੁੱਝ ਕੇ ਮਤਲਬ ਜਿਹੜਾ ਇੱਕ ਕਾਮਰੇਡ ਵਰਸਸ ਜਿਹੜੀ ਸਿੱਖੀ ਦਾ ਇਹ ਬਣਾਇਆ ਗਿਆ, ਇਹ ਜਿਹੜੇ ਅਖੌਤੀ ਕਾਮਰੇਡ ਨੇ ਉਹਨਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਕਮੀਆਂ ਨੇ। ਇਸੇ ਤਰ੍ਹਾਂ ਜਿਹੜੇ ਅਖੌਤੀ ਸਿੱਖ ਨੇ ਉਹ ਕੱਟੜਤਾ ਜਿਹੜੀ ਹੈਗੀ ਆ ਉਹ ਮਾੜੀ ਹੈ। ਨਕਸਲਵਾੜੀ ਲਹਿਰ ਮੈਂ ਵੀ ਰੌਲਾ ਪੈਂਦਾ ਰਿਹਾ ਨਾ ਵੀ ਉਹ ਸਿਗਰਟਾਂ ਪੀਓ, ਫਲਾਣਾ ਕਰੋ। ਨਹੀਂ, ਕੋਈ ਦੇਖੋ ਮਾਰਕਸ ਨੇ ਨਾ ਤਾਂ ਇਹ ਕਿਹਾ ਵੀ ਤੁਸੀਂ ਸਿਗਰਟਾਂ ਪੀਓ, ਜਿਹੜਾ ਮਾਰਕਸਵਾਦ ਜਿੱਥੋਂ ਬਣਿਆ ਸ਼ਬਦ, ਨਾ ਉਹਨਾਂ ਨੇ ਇਹ ਕਿਹਾ ਵੀ, ਮਾਰਕਸ ਨੇ ਤਾਂ ਇਹੀ ਕਿਹਾ ਕਿ ਜਿਹੜਾ ਤੁਹਾਡਾ ਜਿਸ ਤਰ੍ਹਾਂ ਦੀ ਤੁਹਾਡੀ ਇਹ ਸੱਭਿਅਤਾ ਹੈ, ਜਿਸ ਤਰ੍ਹਾਂ ਦਾ ਕਲਚਰ ਹੈ, ਉਹਦੇ ਵਿੱਚੋਂ ਤੁਹਾਡੇ ਹੀਰੋ ਡਿਵੈਲਪ ਹੋਣਗੇ। ਉਹਦੇ ਵਿੱਚੋਂ ਤੁਸੀਂ ਆਪਣੇ ਮੰਨ ਲਓ ਪੰਜਾਬ ਨੂੰ ਜੇ ਅਸੀਂ ਬਦਲਣਾ ਚਾਹੁੰਦੇ ਹਾਂ ਤਾਂ ਪੰਜਾਬ ਦੇ ਮਿੱਟੀ ਦੇ ਵਿੱਚੋਂ ਹੀਰੋ ਸਾਡਾ ਹੀਰੋ ਜਿਹੜਾ ਹੈਗਾ ਲੈਨਨ ਨਹੀਂ ਹੋ ਸਕਦਾ, ਸਾਡਾ ਗੁਰੂ ਗੋਬਿੰਦ ਸਿੰਘ ਜੀ ਨੇ, ਸਾਡਾ ਗੁਰੂ ਨਾਨਕ ਸਾਹਿਬ ਨੇ, ਸਾਡਾ ਬੰਦਾ ਸਿੰਘ ਬਹਾਦਰ ਹੀਰੋ ਨੇ ਸਾਡੇ। ਸੋ ਜੇ ਅਸੀਂ ਆਪਣੀ ਮਿੱਟੀ ਨੂੰ ਸਮਝਾਂਗੇ, ਆਪਣੇ ਕਲਚਰ ਨੂੰ ਸਮਝਾਂਗੇ, ਆਪਣੀ ਸੱਭਿਅਤਾ ਨੂੰ ਸਮਝਾਂਗੇ, ਤਾਂ ਹੀ ਅਸੀਂ ਇੱਥੇ ਆ ਕੇ ਬਦਲਾਅ ਕਰਾਂਗੇ। ਹੁਣ ਮੈਂ ਤੁਹਾਨੂੰ ਜੇ ਇਹੀ ਕਹਾਂਗੇ ਪ੍ਰੋਲੋਤਾਰੀ ਜਿਹੜਾ ਹੈਗਾ ਸ਼ਬਦ, ਮੈਂ ਤੁਹਾਨੂੰ ਬੁਰਜੁਆਜ਼ੀ ਕਹਾਂ ਜੀ, ਤੁਸੀਂ ਕਹੋਗੇ ਇਹ ਤਾਂ ਪਤਾ ਨਹੀਂ
ਕਿਹੜੇ ਸਾਨੂੰ ਚੱਕਰਾਂ 'ਚ ਪਾਤਾ। ਜੇ ਮੈਂ ਤੁਹਾਨੂੰ ਕਿਰਤੀ ਸ਼ਬਦ ਕਹਾਂ 1 ਮਿੰਟ 'ਚ ਸਮਝੋਗੇ। ਜੇ ਮੈਂ ਤੁਹਾਨੂੰ ਸਰਮਾਏਦਾਰ ਕਹੂੰਗਾ ਜੀ ਅਮੀਰ ਬੰਦਾ ਹੈ, ਬਾਬਾ ਲਾਲੋ, ਭਾਈ ਲਾਲੋ, ਮਾਲਕ ਭਾਗੋ, ਮਾਲਕ ਭਾਗੋ, ਭਾਈ ਲਾਲੋ ਦਾ ਐਗਜ਼ਾਮਪਲ ਦਊਂਗਾ, ਤੁਸੀਂ 1 ਮਿੰਟ 'ਚ ਸਮਝੋਗੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਸਾਨੂੰ ਗੁਰਬਾਣੀ ਨੂੰ ਜਿਹੜਾ ਹੈਗਾ ਕਦੇ ਵੀ ਮਾਰਕਸਵਾਦ ਦੇ ਨਾਲ ਜੋੜ ਕੇ ਸਮਝਣ ਦੀ ਲੋੜ ਹੈ। ਔਰ ਪ੍ਰੋਫੈਸਰ ਕਿਸ਼ਨ ਸਿੰਘ ਜੀ ਨੇ ਇਹਦੇ ਉੱਤੇ ਬਹੁਤ ਵੱਡਾ ਕੰਮ ਕੀਤਾ ਹੈ। ਜੇ ਆਪਾਂ ਮਾਰਕਸਵਾਦ ਤੇ ਗੁਰਬਾਣੀ ਦੀ ਜਿਹੜੀਆਂ ਧਾਰਨਾਵਾਂ ਬਾਰੇ ਸਮਝਣਾ ਹੋਵੇ, ਸਭ ਤੋਂ ਵਧੀਆ ਜੇ ਕਿਤਾਬਾਂ ਲਿਖੀਆਂ ਨੇ ਉਹ ਪ੍ਰੋਫੈਸਰ ਕਿਸ਼ਨ ਸਿੰਘ ਜੀ ਨੂੰ, ਜਿਨ੍ਹਾਂ ਨੂੰ ਮੈਂ ਆਪਣਾ ਆਦਰਸ਼ ਮੰਨਦਾ। ਔਰ ਉਹਨਾਂ ਨੇ ਸਿੱਖ ਇਨਕਲਾਬ ਵਰਗੀ ਜਿਹੜੀ ਹੈਗੀ ਹੈ ਪੁਸਤਕ ਲਿਖ ਕੇ ਬਹੁਤ ਖੂਬਸੂਰਤ ਕੰਮ ਕੀਤਾ ਹੈ ਗੁਰਬਾਣੀ ਤੇ ਇਨਕਲਾਬ ਦੇ ਉੱਤੇ। ਕਾਮਰੇਡ ਹੋਵੇ ਚਾਹੇ ਕੋਈ ਵੀ, ਸਿੱਖੀ ਸਾਡੀ ਵਿਰਾਸਤ ਹੈ, ਜਿਹੜੀ ਸਾਡੀ ਵਿਰਾਸਤ ਰਹਿਣੀ ਹੈ ਜੀ। ਜੇ ਤੁਸੀਂ ਕਿਸੇ ਹੋਰ ਜਗ੍ਹਾ ਕਰੋਗੇ, ਮੰਨ ਲਓ ਅਸਾਮ 'ਚ ਹੈ ਤਾਂ ਉੱਥੇ ਅਸਾਮ ਦੀ ਜਿਹੜੀ ਆਪਣੀ ਵਿਰਾਸਤ ਹੈ ਉਹਦੇ ਰਾਹੀਂ ਤੁਹਾਨੂੰ ਗੱਲ ਕਰਨੀ ਪਏਗੀ। ਜੇ ਆਪਾਂ ਪੰਜਾਬ 'ਚ ਹੈ ਤਾਂ ਪੰਜਾਬ 'ਚ ਸਿੱਖੀ ਤੋਂ ਵੱਡਾ ਇਨਕਲਾਬੀ ਕੌਣ ਹੋ ਸਕਦਾ ਹੈ ਜੀ? ਮੈਨੂੰ ਐਂ ਦੱਸੋ। ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਸਾਰਾ ਪਰਿਵਾਰ ਹੀ ਵਾਰਤਾ, ਉਦੋਂ ਵੱਡਾ ਇਨਕਲਾਬੀ ਕੌਣ ਹੋਏਗਾ ਜੀ? ਸੋ ਸਾਡੇ ਲਈ ਆਦਰਸ਼ ਇਹ ਨੇ। ਸੋ ਬੜਾ ਆਨੰਦ ਆਇਆ ਜੀ, ਤੇ ਮੈਂ ਕਹਿੰਦਾ ਜਾਂਦੇ ਜਾਂਦੇ ਫਿਰ ਕੋਈ ਚੰਗਿਆੜਾ ਬਿਲਕੁਲ ਸੁਣਾਓ। ਬਿਲਕੁਲ ਆਨੰਦ ਆ ਜੇ। ਮੈਂ ਹੁਣ ਕਿਸੇ ਹੋਰ ਦਾ ਸੁਣਾ ਦਿਓ। ਹਾਂ, ਪਾਤਰ ਸਾਹਿਬ ਦਾ ਮੈਂ ਜ਼ਰੂਰ, ਕਿਉਂਕਿ ਆਪਾਂ ਪੜ੍ਹਾਈ ਲਿਖਾਈ ਨਾਲ ਵੀ ਜੁੜੇ ਹੋਏ ਹਾਂ। ਸੁਰਜੀਤ ਪਾਤਰ ਹੋਰਾਂ ਦੀ ਨਜ਼ਮ ਜਿਹੜੇ ਮੈਂ ਅਕਸਰ ਜਦੋਂ ਕੰਪੀਟੀਸ਼ਨ ਹੁੰਦੇ ਸੀ ਕਾਲਜਾਂ ਦੇ ਉਹ ਗਾਇਆ ਕਰਦਾ ਸੀ। ਤੁਸੀਂ ਹੁਣ ਕਦੇ ਕਲਾਸ 'ਚ ਨਿਆਣਿਆਂ ਨੂੰ ਵੀ ਸੁਣਾ ਦਿੰਦੇ? ਬਿਲਕੁਲ ਬਿਲਕੁਲ, ਜੇ ਕੋਈ ਕਹਿਣਗੇ ਤਾਂ ਜ਼ਰੂਰ, ਜਾਂ ਕੋਈ ਫੰਕਸ਼ਨ ਹੁੰਦਾ ਉਹਦੇ ਵਿੱਚ ਸੁਣਾ ਦਈਦਾ ਹੈ। ਇਹਦਾ ਮੈਂ ਇੱਕ ਪੈਰਾ ਤੁਹਾਨੂੰ ਸੁਣਾਵਾਂਗਾ। ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ। ਗੀਤ ਦੀ ਮੌਤ ਇਸ ਰਾਤ ਜੇ ਹੋ ਗਈ, ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ। ਜੋ ਵਿਦੇਸ਼ਾਂ 'ਚ ਰੁਲਦੇ ਨੇ ਰੋਜ਼ੀ ਲਈ, ਉਹ ਜਦੋਂ ਦੇਸ ਪਰਤਣਗੇ ਆਪਣੇ ਕਦੀ। ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ, ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ। ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ। ਗੀਤ ਦੀ ਮੌਤ ਇਸ ਰਾਤ ਜੇ ਹੋ ਗਈ, ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ। ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ। ਕੀ ਬਾਤ ਹੈ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰਾਨਾ। ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਤੁਸੀਂ ਅੱਜ ਥਾਰੀ ਇੰਨਾ ਸਮਾਂ ਦਿੱਤਾ। ਬੈਠਕਾਂ ਆਨੰਦ ਮਾਣਿਆ, ਚੰਗਿਆੜੇ ਕੱਢੇ ਪੂਰੇ। ਬਹੁਤ ਅੱਛਾ ਲੱਗਿਆ, ਔਰ ਸਾਰੇ ਦਰਸ਼ਕਾਂ ਨੂੰ ਵੀ ਉਮੀਦ ਹੈ ਕਿ ਆਪਣੀਆਂ ਗੱਲਾਂ ਜ਼ਰੂਰ ਪਸੰਦ ਆਉਣਗੀਆਂ। ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ, ਬਹੁਤ ਬਹੁਤ ਧੰਨਵਾਦ। ਜਿਉਂਦੇ ਰਹੋ, ਥਾਰੀਆਂ ਬੇਲਾਂ ਹਰੀਆਂ ਰਹਿਣ। ਸਤਿ ਸ਼੍ਰੀ ਅਕਾਲ।